ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਤੇ ਇਸ ਵੇਲੇ ਮੌਜੂਦਾ ਸਮੇਂ ਵਿੱਚ ਕੈਨੇਡਾ ਦੇ ਵਿੱਚ ਪਾਣੀ ਸਰੋਤਾਂ ਦੇ ਮਾਹਰ ਡਾਕਟਰ ਹਰਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਰਹੇਗਾ ਕਿ ਸਿੱਧੀ ਬਿਜਾਈ ਤੇ ਪਾਣੀ ਦੀ ਘਾਟ। ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਕਰਾਂਗੇ। ਕਿਸਾਨਾਂ ਨੂੰ ਫਾਇਦਾ ਹੈ ਜਾਂ ਨੁਕਸਾਨ ਹੈ, ਜਾਂ ਲੰਮੇ ਸਮੇਂ ਦੇ ਵਿੱਚ ਜੇ ਇੰਤਜ਼ਾਰ ਕਰਦੇ ਨੇ ਕਿਸਾਨ ਕਿ ਇਸ ਵਾਰ ਝਾੜ ਨਹੀਂ ਵਧੀਆ ਆਇਆ ਤਾਂ ਅਗਲੀ ਵਾਰੀ ਆ ਜਾਏਗਾ। ਕਈ ਕਿਸਾਨ ਕਹਿੰਦੇ ਨੇ ਕਿ ਅਸੀਂ ਸਫਲ ਵੀ ਹੋਏ ਆ, ਪਰ ਕਿਤੇ ਨਾ ਕਿਤੇ ਡਾਊਟ ਜਿਹੜਾ ਆ ਉਹ ਸ਼ੱਕ ਜ਼ਾਹਰ ਹੁੰਦਾ ਆ ਇਹਨਾਂ ਮਸਲਿਆਂ ਦੇ ਵਿੱਚ। ਇਸ ਕਰਕੇ ਚਰਚਾ ਕਰਨੀ ਬਣਦੀ ਹੈ। ਸਵਾਗਤ ਹੈ ਤੁਹਾਡਾ ਹਰਮਨਜੀਤ ਸਿੰਘ ਜੀ। ਧੰਨਵਾਦ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਮਨਜੀਤ ਸਿੰਘ ਜੀ। ਪੰਜਾਬ ਸਰਕਾਰ ਉਤਸ਼ਾਹਿਤ ਕਰ ਰਹੀ ਹੈ ਲਗਾਤਾਰ ਕਿਸਾਨਾਂ ਨੂੰ ਕਿ ਸਿੱਧੀ ਬਿਜਾਈ ਕਰੋ। ਸ਼ਾਇਦ 10 ਲੱਖ ਏਕੜ ਤੱਕ ਦਾ ਇਹਨਾਂ ਨੇ ਰੱਖਿਆ ਕਿ ਅਸੀਂ ਇੰਨਾ ਕੁ ਟੀਚਾ ਰੱਖਦੇ ਹਾਂ ਕਿ ਸਿੱਧੀ ਬਿਜਾਈ ਹੋਵੇ। ਪਾਣੀ ਬਚਾਉਣ ਦੀ ਗੱਲ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ। ਕਹਿੰਦੇ ਜੇ ਕੋਈ ਮੁਸ਼ਕਲ ਆ ਗਈ ਤਾਂ ਮੈਂ ਖੜਾ, ਜੇ ਕੋਈ ਦਿੱਕਤ ਆਉਂਦੀ ਹੈ, ਝਾੜ ਘਟਦਾ ਜਾਂ ਕੁਝ ਵੀ ਹੁੰਦਾ। ਪਰ ਸਿੱਧੀ ਬਿਜਾਈ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਕਿਸਾਨਾਂ ਦੇ ਹਿੱਤ ਵਿੱਚ ਹੈ ਸਿੱਧੀ ਬਿਜਾਈ? ਇਹ ਸੁਖਵਿੰਦਰ ਜੀ, ਜਿਹੜੀ ਇਹ ਸਿੱਧੀ ਬਿਜਾਈ ਦੀ ਤਕਨੀਕ ਹੈ, ਇਹ ਜਾਨੀ ਖੇਤੀਬਾੜੀ ਯੂਨੀਵਰਸਿਟੀ ਨੇ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਕੋਵਿਡ ਕਰਕੇ ਇਹ ਸੀਗਾ ਵੀ ਲੇਬਰ ਨਹੀਂ ਮਿਲਣੀ, ਉਦੋਂ ਸਿਫਾਰਿਸ਼ ਕੀਤੀ ਗਈ ਸੀ ਇਹਦੀ। ਮਤਲਬ ਵੀ ਜਾਨੀ ਕਿ ਵੀ ਜੇ ਆਪਾਂ ਨੂੰ ਯੂਪੀ ਜਾਂ ਬਿਹਾਰ ਦੇ ਵਿੱਚੋਂ ਆਪਣੇ ਲਾਉਣ ਖਾਤਰ ਉੱਥੋਂ ਆਪਣੀ ਲੇਬਰ ਨਹੀਂ ਆਊਗੀ ਤਾਂ ਵੀ ਆਪਾਂ ਨੂੰ ਜ਼ਿਮੀਂਦਾਰਾਂ ਨੂੰ ਬਹੁਤ ਔਖਾ ਹੋ ਜਾਊਗਾ, ਤੇ ਉਸ ਵਾਸਤੇ ਵੀ ਮਸ਼ੀਨਾਂ ਨਾਲ ਬਿਜਾਈ ਕੀਤੀ ਜਾਵੇ। ਪਰੰਤੂ ਜਿਹੜੀ ਇਹ ਤਕਨੀਕ ਆ ਨਾ, ਵੀ ਇਹਦੇ ਵਿੱਚ ਤਕਨੀਕੀ ਤੌਰ ਤੇ ਕਈ ਜੇ ਬਹੁਤ ਲੱਗੇ ਹੋਏ ਆ, ਇਫਸ ਐਂਡ ਬਟਸ, ਵੀ ਇਹਦੇ ਵਿੱਚ ਜਿਹੜੀ ਕਿ ਨਾ ਬਹੁਤ ਸ਼ਰਤਾਂ ਨੇ ਵੀ ਜਿਹੜੀਆਂ ਉਹਨਾਂ ਦੀ ਪਾਲਣਾ ਕਰਾਂਗੇ ਤਾਂ ਹੀ ਕਾਮਯਾਬ ਹੋ ਸਕਦੀ ਆ। ਤੇ ਉਹਨਾਂ ਦੇ ਵਿੱਚੋਂ ਮਸਲਨ ਇੱਕ ਤਾਂ ਇਹ ਵੀ ਇਹ ਜਿਹੜੀ ਤਕਨੀਕ ਹੈ ਸਾਰੇ ਪੰਜਾਬ 'ਚ ਲਾਗੂ ਨਹੀਂ ਹੋ ਸਕਦੀ। ਇਹ ਸਿਰਫ ਭਾਰੀਆਂ ਜ਼ਮੀਨਾਂ ਜਿਹੜੀਆਂ ਚੀਕਣੀ ਮਿੱਟੀ ਵਾਲੀਆਂ ਉਹਨਾਂ ਦੇ ਵਿੱਚ ਹੀ ਕਾਮਯਾਬ ਹੋ ਸਕਦੀ ਹੈ। ਰੇਤਲੀਆਂ ਤੇ ਮਹਿਰਾ ਜ਼ਮੀਨਾਂ ਦੇ ਰੇਤਲੀਆਂ ਮਹਿਰਾ ਜ਼ਮੀਨਾਂ ਦੇ ਵਿੱਚ ਇਹ ਤਕਨੀਕ ਕਾਮਯਾਬ ਨਹੀਂ ਹੋ ਸਕਦੀ। ਤੇ ਦੂਸਰੀ ਇਹਦੇ ਵਿੱਚ ਇਹ ਆ ਵੀ ਆਪਾਂ ਨੇ ਸਭ ਤੋਂ ਵੱਡਾ ਇਹਦਾ ਪ੍ਰਚਾਰ ਹੁਣ ਜਾਨੀ ਕਿ ਸਰਕਾਰ ਵੱਲੋਂ, ਮੈਂ ਜਾਨੀ ਭਗਵੰਤ ਮਾਨ ਉਹਨਾਂ ਦੀ ਇੱਕ ਗੱਲ ਦੀ ਤਾਂ ਤਾਰੀਫ ਕਰਦਾ ਵੀ ਉਹਨਾਂ ਨੇ ਸੋਚਿਆ ਤਾਂ ਹੈ ਵੀ ਪੰਜਾਬ ਦੇ ਵਿੱਚ ਪਾਣੀ ਬਚਾਉਣਾ ਜਾਂ ਕਿਸਾਨਾਂ ਦੀ ਬਾਂਹ ਫੜਨੀ ਆ। ਪਰੰਤੂ ਇਹ ਜਿਹੜੀ ਤਕਨੀਕ ਦਿੱਤੀ ਗਈ ਆ ਖੇਤੀਬਾੜੀ ਯੂਨੀਵਰਸਿਟੀ ਵੱਲੋਂ, ਇਹ ਇੱਕ ਸੰਪੂਰਨ ਤਰੀਕ ਨਹੀਂ। ਤੇ ਇਹਦੇ ਵਿੱਚ ਪਾਣੀ ਬਚਣ ਬਾਰੇ ਮੈਨੂੰ ਕੋਈ ਲੱਗਦਾ ਨਹੀਂ ਵੀ ਵਿਗਿਆਨਕ ਢੰਗ ਨਾਲ ਜੇ ਦੇਖਿਆ ਜਾਵੇ ਵੀ ਪਾਣੀ ਬਚਦਾ। ਨਾ ਹੀ ਇਹਦੇ ਵਿੱਚ ਜਦੋਂ ਤਕਨੀਕ ਇਹ ਦਿੱਤੀ ਗਈ ਆ ਉਦੋਂ ਕੋਈ ਇੱਦਾਂ ਦਾ ਡਾਟਾ ਦਿੱਤਾ ਗਿਆ। ਕਿਉਂਕਿ ਜਿਹੜਾ ਪਾਣੀ ਦੇ ਆਪਾਂ ਜੇ ਬਜਟ ਦੇਖਣਾ ਹੋਵੇ ਵੀ ਆਪਾਂ ਕਿੰਨਾ ਲੱਗਿਆ ਤੇ ਕਿੰਨਾ ਉਹਦੇ ਵਿੱਚੋਂ ਧਰਤੀ ਦੇ ਵਿੱਚ ਜੀ ਰਿਹਾ, ਤਾਂ ਉਹਦੇ ਖਾਤਰ ਆਪਾਂ ਨੂੰ ਜਿਵੇਂ ਲਾਈਸੀਮੀਟਰ ਹੁੰਦੇ ਆ ਜੀ ਇੱਕ, ਉਹ ਜਿਹੜਾ ਆਪਣਾ ਧਰਤੀ ਵਿੱਚ ਪਾਣੀ ਜਾਂਦਾ ਉਹ ਥੱਲੇ ਆਪਾਂ ਮੇਜਰ ਕਰਕੇ ਕੈਲਕੂਲੇਟ ਕਰ ਸਕਦੇ ਹਾਂ, ਤੇ ਉਹਦੇ ਨਾਲ ਮੇਜਰ ਕੀਤਾ ਜਾਂਦਾ। ਇਸੇ ਤਰ੍ਹਾਂ ਜਾਨੀ ਕਿ ਵੀ ਆਪਾਂ ਜੇ ਆਪਾਂ ਇਰੀਗੇਸ਼ਨ ਲਾਉਂਦੇ ਹਾਂ ਤਾਂ ਆਪਣਾ ਫਲੋ ਮੀਟਰ ਲੱਗਿਆ ਹੋਣਾ ਚਾਹੀਦਾ, ਉਹਦੇ ਨਾਲ ਮੇਜਰ ਕੀਤਾ ਹੋਣਾ ਚਾਹੀਦਾ ਵੀ ਕਿੰਨੀ ਦੇਰ ਟਿਊਬਵੈਲ ਦੇ ਵਿੱਚੋਂ ਕਿੰਨੇ ਰੇਟ ਤੇ ਪਾਣੀ ਗਿਆ। ਸੋ ਇਦਾਂ ਦਾ ਕੋਈ ਵੀ ਡਾਟਾ ਜਦੋਂ ਇਹ ਰეკਮੈਂਡੇਸ਼ਨ ਦਿੱਤੀ ਗਈ ਯੂਨੀਵਰਸਿਟੀ ਵੱਲੋਂ, ਇਦਾਂ ਦਾ ਕੋਈ ਵੀ ਡਾਟਾ ਨਹੀਂ ਦਿੱਤਾ ਗਿਆ। ਤੇ ਸਿਰਫ ਇਹਦੇ ਜਿਹੜੇ ਟਰਾਇਲ ਵੀ ਕੀਤੇ ਗਏ ਉਹ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਕੀਤੇ ਗਏ, ਤੇ ਉੱਥੇ ਉਹਨਾਂ ਵੱਲੋਂ ਜਿਵੇਂ ਆਪਾਂ ਜਟਕਾ ਸੌਦੇ ਕਹਿੰਦੇ ਆ ਜੀ, ਇੰਨੇ ਪਾਣੀ ਲੱਗ ਗਏ, ਇੰਨੇ ਪਾਣੀ ਲੱਗ ਗਏ। ਸੋ ਉਹ ਵਿਗਿਆਨਿਕ ਢੰਗ ਨਹੀਂ ਹੋ ਸਕਦਾ। ਤੇ ਦੂਸਰੀ ਜਿਵੇਂ ਗੱਲ ਮੈਂ ਤੁਹਾਨੂੰ ਪਹਿਲਾਂ ਕੀਤੀ ਵੀ ਇਹ ਰੇਤਲੀਆਂ ਜ਼ਮੀਨਾਂ ਜਾਂ ਰੇਤਲੀਆਂ ਮਹਿਰਾ ਜ਼ਮੀਨਾਂ ਦੇ ਵਿੱਚ ਕਾਮਯਾਬ ਨਹੀਂ ਹੋਣੀ ਉੱਥੇ, ਕਿਉਂਕਿ ਝੋਨੇ ਦੇ ਵਿੱਚ ਖਾਸ ਤੌਰ ਤੇ ਜਦੋਂ ਪਾਣੀ ਨਹੀਂ ਖੜਦਾ, ਚਾਹੇ ਕੱਦੂ ਬਣੀ ਕਰਕੇ ਝੋਨਾ ਲਾਇਆ ਹੁੰਦਾ ਸੀ, ਤਾਂ ਮੈਂ ਜਾਨੀ ਕਿ ਸੂਖਮ ਤੱਤਾਂ ਦੇ ਵਿੱਚ ਕੰਮ ਕਰਦਾ ਰਿਹਾ ਯੂਨੀਵਰਸਿਟੀ ਦੇ ਵਿੱਚ, ਤੇ ਜਿਹੜਾ ਲੋਹੇ ਦੀ ਘਾਟ ਆ ਜਾਂਦੀ ਹੈ ਜੀ। ਤੇ ਮਤਲਬ ਜੇ ਆਪਾਂ ਪਾਣੀ ਨਹੀਂ ਖੜਦਾ, ਸੋ ਜਿੱਥੇ ਇਹ ਰੇਤਲੀਆਂ ਜ਼ਮੀਨਾਂ ਚ ਲਾਵਾਂਗੇ ਤਾਂ ਉੱਥੇ ਲੋਹੇ ਦੀ ਘਾਟ ਆਊਗੀ, ਉਹ ਸਪਰੇਅ ਕਰਨੀ ਪਊਗੀ। ਸੋ ਤੇ ਤੀਸਰਾ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਹੈ ਵੀ ਇਹਦੇ ਵਿੱਚ ਕੱਖ ਬਹੁਤ ਜ਼ਿਆਦਾ ਹੋ ਜਾਂਦੇ ਆ ਜਦੋਂ ਆਪਾਂ ਲਾਉਂਦੇ ਆ। ਤੇ ਜਿਹੜੇ ਉਹ ਕੱਖਾਂ ਖਾਤਰ ਆਪਾਂ ਨੂੰ ਪਹਿਲਾਂ ਤਾਂ ਆਪਾਂ ਨੂੰ ਸਟੌਪ ਦੀ ਸਪਰੇਅ ਕਰਨੀ ਪੈਂਦੀ ਆ ਪ੍ਰੀ ਐਮਰਜੈਂਸੀ, ਜਾਨੀ ਕਿ ਜਿਵੇਂ ਝੋਨਾ ਬੀਜਤਾ ਉਹ ਤੋਂ 1-2 ਦਿਨਾਂ ਦੇ ਵਿੱਚ ਝੋਨੇ ਦੇ ਜੰਮਣ ਤੋਂ ਪਹਿਲਾਂ ਆਪਾਂ ਨੂੰ ਕਰਨੀ ਪੈਂਦੀ ਆ। ਉਹ ਤੋਂ ਬਾਅਦ ਫਿਰ 2 ਜਾਂ 3 ਹਫ਼ਤਿਆਂ ਦੇ ਵਿੱਚ ਆਪਾਂ ਨੂੰ ਨੋਮੀਨੀ ਗੋਲਡ ਜਾਂ ਹੋਰ ਦਵਾਈਆਂ ਨੇ ਉਹਨਾਂ ਦੀ ਸਪਰੇਅ ਕਰਨੀ ਪੈਂਦੀ ਆ। ਸੋ ਪਰੰਤੂ ਇਹ ਦੇਖਿਆ ਗਿਆ ਵੀ ਬਹੁਤ ਵਾਰੀ ਉਹਨਾਂ ਨਾਲ ਕੱਖ ਕੰਟਰੋਲ ਨਹੀਂ ਹੁੰਦਾ। ਵੀ ਸਾਡੇ ਯੂਨੀਵਰਸਿਟੀ ਦੇ ਟਰਾਇਲ ਸੀਗੇ ਹੁੰਦੇ, ਜਦੋਂ ਅਸੀਂ 1-2 ਵਾਰੀ ਮੈਂ ਵੀ ਕਰਵਾਏ ਆ, ਤਾਂ ਕੱਖ ਬਹੁਤ ਹੋ ਜਾਂਦਾ ਸੀ। ਐਂਡ ਤੇ ਸਾਨੂੰ ਹੱਥੀਂ ਲੇਬਰ ਲਾ ਕੇ ਹੀ ਉਹਨਾਂ ਚੋਂ ਕੱਖ ਕੱਢਣਾ ਪੈਂਦਾ ਸੀ। ਸੋ ਇਸ ਕਰਕੇ ਜ਼ਿਮੀਂਦਾਰਾਂ ਨੂੰ ਇਹਦੇ ਵਿੱਚ ਕਾਫੀ ਮੁਸ਼ਕਲਾਂ ਆਉਣਗੀਆਂ ਜਾਨੀ ਕਿ। ਤੇ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਢੰਗ ਦੇ ਵਿੱਚ ਤਾਂ ਜਿਹੜੀਆਂ ਪ੍ਰੋਬਲਮਸ ਹੈ ਹੀ ਹੈ, ਪਰ ਜਿਹੜਾ ਇਹ ਕਿਹਾ ਜਾ ਰਿਹਾ ਵੀ ਇਹਦੇ ਨਾਲ ਪਾਣੀ ਬਚੂਗਾ, ਉਹਦੇ ਵਿੱਚ ਕੋਈ ਵਿਗਿਆਨਿਕ ਤੱਥ ਨਹੀਂ ਲੱਗਦੇ।
ਤੇ ਜਿੱਥੋਂ ਤੱਕ ਸਵਾਲ ਝਾੜ ਵਧਣ ਦਾ, ਸਰਕਾਰ ਇਹੋ ਜਿਹਾ ਕੀ ਸਰਕਾਰ ਨੂੰ ਮਤਲਬ ਯਕੀਨ ਹੈ ਕਿ ਸਿੱਧੀ ਬਿਜਾਈ ਦੇ ਨਾਲ ਜਿਹੜਾ ਉਹ ਝਾੜ ਵੀ ਵਧੀਆ ਨਿਕਲ ਜਾਏਗਾ ਤੁਹਾਡਾ, ਭਾਵੇਂ ਹੌਲੀ ਹੌਲੀ ਗੱਲ ਕਰਦੇ ਨੇ, ਜੇ ਇਸ ਵਾਰ ਨਾ ਸਹੀ ਅਗਲੀ ਵਾਰ ਸਹੀ? ਦੇਖੋ ਸੁਖਵਿੰਦਰ ਜੀ, ਪਿਛਲੇ ਸਾਲਾਂ ਦੇ ਵਿੱਚ ਬੜੇ ਜਾਣੀ ਕਿ ਨਾ, ਇੱਕ ਮੈਂ ਤੁਹਾਨੂੰ ਮਤਲਬ ਵੀ ਮੈਂ ਉਹੀ ਗੱਲ ਕਰ ਰਿਹਾ ਵੀ ਭਗਵੰਤ ਮਾਨ ਸਰਕਾਰ ਦੀ ਨੀਤ ਵਧੀਆ, ਵੀ ਉਹ ਕੁਝ ਕਰਨਾ ਚਾਹੁੰਦੇ ਆ ਵੀ ਜਾਣੀ ਪਾਣੀ ਬਚਾਇਆ ਜਾਵੇ ਤੇ ਲੋਕਾਂ ਨੂੰ ਸੌਖਾ। ਇਹਦੇ ਵਿੱਚ ਜਾਣੀ ਕਿ ਮੈਨੂੰ ਇਹ ਲੱਗਦਾ ਵੀ ਲੇਬਰ ਦਾ ਖਰਚਾ ਤਾਂ ਬਚ ਸਕਦਾ, ਪਾਣੀ ਦਾ ਤਾਂ ਮਤਲਬ ਵੀ ਬਹੁਤ ਘੱਟ ਹੈਗਾ ਇਹਦੇ ਵਿੱਚ ਵਿਗਿਆਨਿਕ ਤੱਥ ਜਾਣੀ ਵੀ ਪਾਣੀ ਬਚੂਗਾ। ਤੇ ਜਿਹੜੀ ਝਾੜ ਦੀ ਗੱਲ ਆ ਵੀ ਇਹ ਜਾਣੀ ਕਿ ਯੂਨੀਵਰਸਿਟੀ ਨੇ ਵੀ ਆਪਣੇ ਟ੍ਰਾਇਲਾਂ 'ਚ ਵੀ ਦੇਖਿਆ ਵੀ ਝਾੜ ਤਾਂ ਸਗੋਂ ਘਟਦਾ ਇਹਦਾ ਆਮ ਨਾਲੋਂ, ਕਿਉਂਕਿ ਜਿਹੜਾ ਝੋਨਾ ਫਸਲ ਹੀ ਇਹ ਖੜੇ ਪਾਣੀ ਦੀ ਫਸਲ ਆ। ਆਪਾਂ ਜੇ ਦੇਖੀਏ ਇਹ ਮਤਲਬ ਜਿੱਥੇ ਕੁਦਰਤੀ ਤੌਰ ਤੇ ਹੁੰਦਾ ਉੱਥੇ ਮੀਂਹ ਵੱਧ ਪੈਂਦੇ ਆ ਤੇ ਉੱਥੇ ਇਹ ਝੋਨਾ ਲਾਇਆ ਜਾਂਦਾ ਸੀ, ਪੰਜਾਬ ਦੀ ਫਸਲ ਨਹੀਂ ਹੈ ਇਹ। ਸੋ ਇਸ ਕਰਕੇ ਇਹਦਾ ਝਾੜ ਆਮ ਨਾਲੋਂ ਘੱਟ ਰਹਿੰਦਾ। ਤੇ ਪਿਛਲੀ ਵਾਰੀ ਜਿਵੇਂ ਤੁਸੀਂ ਦੇਖਿਆ ਵੀ ਬਹੁਤ ਸਾਰੇ ਜ਼ਿਮੀਂਦਾਰਾਂ ਨੇ ਜਦੋਂ ਆਪਣਾ ਕੋਵਿਡ ਦੇ ਵਿੱਚ ਆਪਣੇ ਇਹਦੇ ਨਾਲ ਸਿੱਧੀ ਬਿਜਾਈ ਕੀਤੀ ਵੀ, ਪਰੰਤੂ ਉਹਨਾਂ ਦੇ ਕੱਖ ਹੋ ਗਿਆ ਜਾਂ ਮੈਨੇਜ ਨਹੀਂ ਹੋਇਆ ਤਾਂ ਉਹਨਾਂ ਨੇ ਮੁੜ ਕੇ ਵਾਹ ਕੇ ਫਿਰ ਕੱਦੂ ਕਰਕੇ ਝੋਨਾ ਲਾਤਾ। ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਜਿੰਨੇ ਪੰਜਾਬ ਦੇ ਕਿਸਾਨ ਇਸ ਵਾਰੀ ਇਹ ਸਿੱਧੀ ਬਿਜਾਈ ਨਾਲ ਝੋਨਾ ਬੀਜਣਗੇ ਉਹ ਸਾਰੇ ਆਪਣੀ ਪਨੀਰੀ ਜ਼ਰੂਰ ਲਾਉਣਗੇ ਜੀ, ਲਾ ਰਹੇ ਨੇ ਕਈ। ਮਤਲਬ ਉਹ ਆਪਣਾ ਰਿਸਕ ਕਵਰ ਕਰਨ ਖਾਤਰ ਉਹਨਾਂ ਨੇ ਪਨੀਰੀ ਜ਼ਰੂਰ ਲਾਉਣੀ ਹੈ। ਤੇ ਸਗੋਂ ਇੱਥੇ ਇੱਕ ਹੋਰ ਸੰਕਟ ਗੰਭੀਰ ਹੋ ਜਾਣਾ ਵੀ ਜੇ ਆਪਣੇ ਉਹਨੇ ਪਹਿਲਾਂ ਝੋਨਾ ਸਿੱਧੀ ਬਿਜਾਈ ਨਾਲ ਬੀਜਿਆ ਤੇ ਉਹਦੇ ਕੱਖ ਹੋ ਗਏ ਤੇ ਉਹਨੇ ਮੁੜ ਕੇ ਕੱਦੂ ਕਰਕੇ ਲਾਤਾ, ਵੀ ਉਹਨੂੰ ਕੀ 1500 ਰੁਪਏ ਵਾਲੀ ਸਬਸਿਡੀ ਮਿਲੂਗੀ ਜਾਂ ਨਹੀਂ ਮਿਲੂਗੀ? ਤੇ ਇਹ ਵੀ ਸਵਾਲ ਖੜਾ ਹੋਵੇਗਾ ਜੀ ਸੁਖਵਿੰਦਰ ਜੀ। ਜੀ, ਜਿੱਦਾਂ ਸਰਕਾਰ ਤੋਂ ਕਿਸਾਨ ਮੰਗਦੇ ਨੇ ਕਿ 10,000 ਰੁਪਇਆ ਸਾਨੂੰ ਸਬਸਿਡੀ ਘੱਟੋ ਘੱਟ ਦਿਓ, ਇਹਨਾਂ ਨੇ 1500 ਰੱਖੀ ਹੈ, 4000 ਉਹਨਾਂ ਨੇ ਰੱਖੀ ਹੈ ਹਰਿਆਣੇ ਵਾਲਿਆਂ ਨੇ, ਪਰ ਖਰਚਾ ਮਤਲਬ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਕਿਸਾਨਾਂ ਨੂੰ ਕਿੰਨਾ ਕੁ ਜਿਹੜਾ ਬੋਝ ਪੈ ਸਕਦਾ ਇਸ ਚੀਜ਼ ਦਾ ਜੇ ਕਿਤੇ ਝਾੜ ਘੱਟ ਆਇਆ ਜਾਂ ਫਿਰ ਮਾਰ ਪੈ ਗਈ, ਕਿਉਂਕਿ ਖੁਦਕੁਸ਼ੀਆਂ ਦੇ ਰਾਹ ਤੇ ਕਿਸਾਨ ਆਪਣੇ ਆਪ ਤੁਰ ਪੈਂਦੇ ਨੇ ਫਿਰ ਇਸ ਪਾਸੇ ਨੂੰ, ਜੋ ਕਿ ਨਹੀਂ ਕਰਨੀ ਚਾਹੀਦੀ। ਸੁਖਵਿੰਦਰ ਜੀ, ਮੈਂ ਇਸ ਗੱਲ ਦਾ ਜਾਣੀ ਕਿ ਦੇਖੋ ਜੇ ਆਪਾਂ ਹਿਸਾਬ ਲਾਈਏ ਨਾ ਮੋਟਾ ਜਿਹਾ, ਪਿਛਲੇ ਸਾਲ ਦੇ ਵਿੱਚ 7700 ਕਰੋੜ ਦੇ ਲਗਭਗ ਜਿਹੜੀ ਕਿਸਾਨਾਂ ਨੂੰ ਬਿਜਲੀ ਸਬਸਿਡੀ ਦਾ ਬਿੱਲ ਸੀਗਾ ਜਿਹੜਾ ਸਰਕਾਰ ਨੂੰ ਦਿੱਤਾ ਗਿਆ ਬਿਜਲੀ ਬੋਰਡ ਵੱਲੋਂ, ਤੇ ਉਹਦੇ ਵਿੱਚ ਜਾਨੀ ਬਿਜਲੀ ਬੋਰਡ ਆਪਣਾ ਜਿਹੜਾ ਚੋਰੀ ਜਾਂ ਹੋਰ ਸਾਰੇ ਖਰਚੇ ਜਿਹੜੇ ਹੁੰਦੇ ਆ ਨਾ, ਨੁਕਸਾਨ ਹੁੰਦੇ, ਉਹ ਸਾਰੇ ਜ਼ਿਮੀਂਦਾਰਾਂ ਦੇ ਖਾਤੇ ਪਾ ਦਿੰਦੇ। ਚਲੋ ਆਪਾਂ ਫਿਰ ਵੀ ਮੰਨ ਲਈਏ, ਮੈਂ ਮੋਟਾ ਜਿਹਾ ਹਿਸਾਬ ਲਾਇਆ ਸੀ ਵੀ ਜੇ ਆਪਾਂ ਕਣਕ ਦਾ ਹਿੱਸਾ ਅੱਡ ਕੱਢ ਦਈਏ ਤੇ ਆਪਾਂ ਜੇ ਸਾਰੇ ਇਹਨੂੰ ਝੋਨੇ ਦੇ ਏਰੀਏ ਥੱਲੇ ਕਰੀਏ ਤਾਂ ਲਗਭਗ 6000 ਤੋਂ ਲੈ ਕੇ 6500 ਰੁਪਏ ਤੱਕ ਪ੍ਰਤੀ ਏਕੜ ਬਿਜਲੀ ਸਬਸਿਡੀ ਆ ਜਿਹੜੀ ਉਹ ਝੋਨੇ ਖਾਤਰ ਦਿੱਤੀ ਜਾਂਦੀ ਹੈ, ਝੋਨੇ ਦੇ ਪਾਣੀ ਲਾਉਣ ਖਾਤਰ। ਸੋ ਮਤਲਬ 1500 ਰੁਪਇਆ ਇਹ ਹੋ ਗਿਆ, ਤੇ ਮਤਲਬ ਕਿੰਨੀ ਜ਼ਿਆਦਾ ਤਾਂ ਆਪਾਂ ਸਬਸਿਡੀ ਦੇ ਰਹੇ ਹਾਂ। ਤੇ ਜਦ ਕਿ ਮੇਰੀ ਤਾਂ ਸੋਚ ਇਹ ਆ ਵੀ ਜੇ ਆਪਾਂ ਸੋਚਿਆ ਜਾਵੇ ਵੀ ਝੋਨਾ ਕਿਉਂਕਿ ਪੰਜਾਬ ਦੀ ਫਸਲ ਹੈ ਹੀ ਨਹੀਂ, ਅੱਛਾ ਇਹ ਨਾ ਦੋ ਸਬਸਿਡੀਆਂ ਤੋਂ ਬਿਨਾਂ ਲੱਖਾਂ ਰੁਪਏ ਦੀ ਸਬਸਿਡੀ ਜਿਹੜੀ ਖੇਤੀ ਮਸ਼ੀਨਾਂ ਨੂੰ ਖਰੀਦਣ ਖਾਤਰ ਦਿੱਤੀ ਜਾਂਦੀ ਹੈ, ਕਿਉਂਕਿ ਜਿਹੜੀ ਇਹ ਆਪਣਾ ਲੱਕੀ ਸੀਡਰ ਹੈ ਕਾਫੀ ਮਹਿੰਗਾ, ਲੱਖ ਤੋਂ ਉੱਤੇ ਦਾ ਹੈਗਾ। ਅੱਛਾ ਪਹਿਲਾਂ ਲੇਜ਼ਰ ਲੈਵਲ ਕਰਾਉਣਾ ਪੈਂਦਾ, ਜਿਹੜਾ ਕਰਾਉਣਾ ਪੈਂਦਾ ਤੇ ਉਹ ਤੇ ਵੀ ਖਰਚਾ ਆਉਂਦਾ। ਸੋ ਮਤਲਬ ਜੇ ਆਪਾਂ ਇਹ ਸਾਰੇ ਚੀਜ਼ ਦਾ ਖਰਚਾ ਦੇਖੀਏ ਤਾਂ 10,000 ਦੇ ਨੇੜੇ ਚਲੇ ਜਾਂਦਾ। ਤੇ ਮੈਂ ਤਾਂ ਕਹਿੰਦਾ ਵੀ ਜ਼ਿਮੀਂਦਾਰਾਂ ਨੂੰ, ਸਰਕਾਰ ਨੂੰ ਇਹ ਕਰਨਾ ਚਾਹੀਦਾ ਵੀ ਤੁਸੀਂ ਝੋਨੇ ਦਾ ਖਹਿੜਾ ਛੱਡੋ, ਤੁਹਾਨੂੰ 10,000 ਰੁਪਇਆ ਦਿੰਦੇ ਆ ਤੇ ਜਿਹੜੀ ਫਸਲ ਤੁਸੀਂ ਬੀਜੋਗੇ ਅਸੀਂ MSP ਤੇ ਖਰੀਦ ਲਾਂਗੇ। ਤੇ ਨਾ ਉਹਦੇ ਨਾਲ ਦੇਖੋ ਪਾਣੀ ਦਾ ਮਸਲਾ ਹੱਲ ਹੋ ਜਾਣਾ, ਬਿਜਲੀ ਸੰਕਟ ਵੀ ਹੱਲ ਹੋ ਜਾਣਾ, ਪਰਾਲੀ ਨੂੰ ਅੱਗ ਲੱਗਣ ਦਾ ਮਸਲਾ ਵੀ ਹੱਲ ਹੋ ਜਾਣਾ। ਮਤਲਬ ਕਾਫੀ ਮਸਲੇ ਆ ਜਿਹੜੇ ਉਹਦੇ ਨਾਲ ਜਾਣੀ ਕਿ ਉਹ ਹੋ ਜਾਣਗੇ। ਤੇ ਇਹਦੇ ਨਾਲ ਹੀ ਜਾਣੀ ਕਿ ਮਤਲਬ ਜੁੜਿਆ ਵਾ ਵੀ ਜੇ ਆਪਾਂ ਝੋਨਾ ਖਰੀਦਣ, ਆਪਣੇ ਮੰਡੀਆਂ ਦੇ ਵਿੱਚ ਸਾਰਾ ਪ੍ਰਬੰਧ ਹੈਗਾ ਤੇ ਆਪਾਂ ਬਦਲਵੀਆਂ ਫਸਲਾਂ ਨੂੰ ਵੀ ਖਰੀਦ ਸਕਦੇ ਆ MSP ਤੇ। ਜਿਵੇਂ ਹੁਣ ਮੂੰਗੀ ਦੀ ਫਸਲ ਦੀ ਇਹਨਾਂ ਨੇ ਗੱਲ ਕੀਤੀ ਆ, ਉਹ ਘਾਟਾ ਪੂਰਾ ਕਰ ਦੇਗੀ ਕਿਸਾਨਾਂ ਦਾ? ਨਹੀਂ ਦੇਖੋ, ਮੂੰਗੀ ਦੀ ਫਸਲ ਪਤਾ ਕੀ ਆ, ਐਤਕੀ ਜਿਹੜਾ ਐਲਾਨ ਹੋਇਆ ਥੋੜਾ ਲੇਟ ਹੋਇਆ। ਉਹ ਮੂੰਗੀ ਦੀ ਫਸਲ ਹੁਣ ਮੈਨੂੰ ਪਰਸੋਂ ਹੀ ਬਠਿੰਡੇ ਤੋਂ ਫੋਨ ਆਇਆ ਸੀ ਵੀ ਉਹਨਾਂ ਨੇ ਮੱਕੀ ਤੇ ਮੂੰਗੀ ਦੀ ਫਸਲ ਬੀਜੀ ਹੋਈ ਤੇ ਉਹਦੇ ਵਿੱਚ ਕੀੜੇ 3-3 ਸਪਰੇਆਂ ਕਰ ਲਈਆਂ ਤੇ ਉਹਦੇ ਵਿੱਚ ਜਾਣੀ ਕਿ ਸੁੰਡੀ ਦਾ ਹਮਲਾ ਹੋਈ ਜਾ ਰਿਹਾ। ਸੋ ਇਹ ਥੋੜੀ ਪਹਿਲਾਂ ਬੀਜਣੀ ਚਾਹੀਦੀ ਸੀ। ਨਾਲੇ ਆਪਾਂ ਦੇਖੋ ਸੁਖਵਿੰਦਰ ਜੀ, ਇਹ ਹੁੰਦੀ ਆ ਵੀ ਆਪਣਾ ਟਾਰਗੇਟ ਕੀ ਆ, ਪਹਿਲਾਂ ਇਹ ਆ ਆਪਾਂ ਪਾਣੀ ਬਚਾਉਣਾ ਹੈ ਕਿ ਆਪਾਂ ਨੇ ਜ਼ਿਮੀਂਦਾਰ ਦੀ ਇਨਕਮ ਵਧਾਉਣੀ ਆ। ਸੋ ਆਪਾਂ ਨੂੰ ਜਾਂ ਦੋਨੋਂ ਗੱਲਾਂ ਨੇ, ਇਹ ਵੀ ਹੋ ਸਕਦੀਆਂ ਹੈ ਨਾ। ਸੋ ਮਤਲਬ ਜੇ ਆਪਣਾ ਜਾਣੀ ਕਿ ਸਿੱਧੀ ਬਿਜਾਈ ਨਾਲ ਝਾੜ ਘੱਟ ਰਹਿੰਦਾ, ਥੋੜੀ ਜਿਹੀ ਆਪਣੀ ਮੂੰਗੀ ਹੋ ਜਾਂਦੀ ਆ ਤਾਂ ਉਹਦੇ ਨਾਲ ਕੰਪਨਸੇਟ ਹੋ ਸਕਦਾ ਜਾਣੀ ਕਿ ਮੂੰਗੀ ਦੇ ਨਾਲ। ਤੇ ਮੂੰਗੀ ਦਾ ਸਗੋਂ ਇੱਕ ਵਧੀਆ ਫਾਇਦਾ ਇਹ ਵੀ ਹੁੰਦਾ, ਜੇ ਮੂੰਗੀ ਤੋਂ ਬਾਅਦ ਆਪਾਂ ਝੋਨਾ ਲਾਈਏ ਤਾਂ ਜ਼ਮੀਨ ਨੂੰ ਉਹ ਇੱਕ ਹਰੀ ਖਾਦ ਵਾਂਗ ਕੰਮ ਕਰਦੀ ਆ ਤੇ ਆਪਾਂ ਨੂੰ ਜਾਣੀ ਕਿ ਬਹੁਤ ਫਾਇਦੇਮੰਦ ਹੁੰਦੀ ਆ। ਸੋ ਮੂੰਗੀ ਦੇ ਆਪਣੇ ਫਾਇਦੇ ਬਿਲਕੁਲ ਨੇ। ਮੂੰਗੀ ਦੇ ਜਿਹੜੀ ਸਰਕਾਰ ਨੇ ਦਿੱਤੀ ਹੈ MSP ਤੇ ਦੇਣ ਦੀ ਗਰੰਟੀ ਕੀਤੀ ਹੈ, ਇੱਕ ਬਹੁਤ ਵਧੀਆ ਉਪਰਾਲਾ ਹੈ। ਪਰੰਤੂ ਇਹਦੇ ਵਿੱਚ ਨਾ ਸਮੇਂ ਦੀ ਜਾਣੀ ਕਿ ਜਿਹੜੀ ਆਪਾਂ 60 ਮੂੰਗੀ ਬੀਜਦੇ ਹਾਂ ਝੋਨਾ ਲਾਉਣ ਤੋਂ ਪਹਿਲਾਂ,
ਉਹਦੇ ਵਿੱਚ ਜਿਹੜੀ ਉਹ ਛੇਤੀ ਲਾਉਣੀ ਪੈਂਦੀ ਹੈ ਕਣਕ ਵੱਢਦੀ ਸਾਰ। ਐਤਕੀ ਥੋੜੀ ਲੇਟ ਲਾਉਣ ਵਾਲਿਆਂ ਦੇ ਫਿਰ ਉਹ ਝੋਨਾ ਵੀ ਲੇਟ ਹੋ ਜਾਊਗਾ ਜਾਂ ਬਾਸਮਤੀ ਲਾਉਣਗੇ ਤੇ ਉਦੋਂ ਮੀਂਹ ਪੈਣ ਲੱਗ ਜਾਂਦੇ ਆ ਤੇ ਮੀਂਹ ਪੈਣ ਨਾਲ ਫਿਰ ਉਹ ਜਿਹੜੀ ਦਾਲ ਆ ਖਰਾਬ ਹੋਣ ਦੇ ਚਾਂਸ ਵੀ ਹੁੰਦੇ ਆ। ਨਹੀਂ ਤਾਂ ਜਿਹੜੀ ਮੇਨ ਮੂੰਗੀ ਆਪਣੀ ਜੇ ਆਪਾਂ ਜਿਹੜੀਆਂ ਲਾਉਂਦੇ ਆ ਆਪਾਂ ਸੌਣੀ ਦੀਆਂ ਫਸਲਾਂ, ਉਹ ਜਾਣੀ ਕਿ ਆਪਾਂ ਪਹਿਲਾਂ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਜੇ ਲਾ ਦਿੰਦੇ ਆ ਤੇ ਜਦੋਂ ਤੱਕ ਮੀਂਹ ਹਟ ਜਾਂਦੇ ਆ, ਸੌਣ ਲੰਘ ਜਾਂਦਾ ਤੇ ਉਦੋਂ ਬਾਅਦ ਜਾ ਕੇ ਉਹ ਵੱਢੀਆਂ ਜਾਂਦੀਆਂ, ਉਦੋਂ ਫੇਰ ਜਾਣੀ ਕਿ ਮੌਸਮ ਖੁਸ਼ਕ ਹੁੰਦਾ ਤੇ ਉਹਨਾਂ ਨੂੰ ਕੋਈ ਉੱਲੀ ਜਾਂ ਕੋਈ ਉਦਾਂ ਦਾ ਨੁਕਸਾਨ ਨਹੀਂ ਹੁੰਦਾ। ਸੋ ਇਸ ਕਰਕੇ ਇਹ ਗੱਲ ਹੈਗੀ ਆ। ਮੇਰਾ ਵਿਚਾਰ ਤਾਂ ਆਪਣਾ ਸੁਖਵਿੰਦਰ ਜੀ ਇਹ ਆ ਵੀ ਆਪਾਂ ਨੂੰ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਆ। ਮੈਂ ਕਿਹਾ ਪਿਛਲੇ ਸਾਲ 42,000 ਦਾ 42,012 ਕਰੋੜ ਦਾ ਜਿਹੜੀ CCR ਲਿਮਟ ਦਿੱਤੀ ਗਈ ਸੀ ਮੈਨੂੰ ਲੱਗਦਾ ਝੋਨਾ ਖਰੀਦਣ ਵਾਸਤੇ। ਸੋ ਜੇ ਆਪਾਂ ਨੂੰ ਕੇਂਦਰ ਸਰਕਾਰ ਇਹ ਕਹਿ ਰਹੇ ਵੀ ਤੁਸੀਂ CCR ਲਿਮਟ ਲੈ ਲਓ ਪਰ ਫਸਲ ਜਿਹੜੀ ਮਰਜ਼ੀ ਖਰੀਦ ਲਓ, ਤੇ ਆਪਾਂ ਪੰਜਾਬ ਸਰਕਾਰ ਉਹਨੂੰ ਆਪਣੀਆਂ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਆ, ਮਾਰਕਫੈਡ ਆ, ਪਨਸਪ ਆ, ਇੱਦਾਂ ਦੀਆਂ ਕਈ ਆਪਣੀਆਂ ਕਾਰਪੋਰੇਸ਼ਨਾਂ ਪੰਜਾਬ ਸਰਕਾਰ ਦੇ ਅਧੀਨ ਆ ਜਿਹੜੀਆਂ ਹੁਣ ਵੀ ਕਣਕ ਤੇ ਝੋਨੇ ਦੀ ਖਰੀਦ ਕਰਦੀਆਂ। ਸੋ ਇਹ ਉਹ ਬਦਲਵੀਆਂ ਫਸਲਾਂ ਨੂੰ MSP ਤੇ ਖਰੀਦਣ ਤੇ ਉਹਨਾਂ ਨੂੰ ਮੁੜ ਕੇ ਉਹ ਚਾਹੇ ਅੰਤਰਰਾਸ਼ਟਰੀ ਉਹ ਮੰਡੀ ਦੇ ਵਿੱਚ ਵੇਚਣ ਤੇ ਚਾਹੇ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਵੇਚਿਆ ਜਾ ਸਕਦਾ। ਸੋ ਮਤਲਬ ਆਪਣਾ ਝੋਨੇ ਤੋਂ ਖਹਿੜਾ ਛੁੱਟ ਸਕਦਾ। ਜੇ ਝੋਨੇ ਤੋਂ ਖਹਿੜਾ ਛੁੱਟ ਜੂਗਾ ਤਾਂ ਪੰਜਾਬ ਦੇ ਪਾਣੀ ਦਾ ਸੰਕਟ, ਬਿਜਲੀ ਦਾ ਸੰਕਟ, ਧੂਏ ਦਾ ਸੰਕਟ, ਇਹ ਕਈ ਚੀਜ਼ਾਂ ਤੋਂ ਆਪਾਂ ਨੂੰ ਰਾਹਤ ਮਿਲ ਸਕਦੀ ਹੈ। ਸਵਾਲ ਤਾਂ ਇਹ ਹੈ ਕਿ ਕੀ ਕੇਂਦਰ ਦੀ ਮਦਦ ਤੋਂ ਬਿਨਾਂ ਪੰਜਾਬ MSP ਆਪਣੇ ਪੱਧਰ ਉੱਤੇ ਦੇ ਸਕਦਾ, ਤੇ ਦੇ ਸਕਦਾ ਤਾਂ ਕਿੱਦਾਂ ਦੇ ਸਕਦਾ? ਇੱਥੇ ਸੁਖਵਿੰਦਰ ਜੀ ਮੈਂ ਨਾ ਜਾਣੀ ਕਿ ਆਪਣੇ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਅਪੀਲ ਕਰਦਾ ਵੀ ਉਹਨਾਂ ਨੇ ਚੰਡੀਗੜ੍ਹ ਧਰਨਾ ਲਾਇਆ ਸੀ, ਜਾਂ ਉਹ ਇਹ ਗੱਲ ਕਰ ਰਿਹਾ ਵੀ ਅਸੀਂ ਝੋਨਾ 14 ਤੋਂ ਲਾਉਣਾ ਜਾਂ 18 ਤੋਂ ਲਾਉਣਾ। ਸੋ ਇਹ ਮਤਲਬ ਉਹਨਾਂ ਨੂੰ ਇਹ ਮੁੱਦੇ ਨਹੀਂ, ਉਹਨਾਂ ਨੂੰ ਸਗੋਂ ਮੁੱਦਾ ਇਹ ਚੱਕਣਾ ਚਾਹੀਦਾ ਵੀ ਜਿਹੜੇ ਆਪਣਾ ਪੰਜਾਬ ਨੂੰ ਸਾਡੀ ਖੇਤੀ ਨੀਤੀ ਆਪਣੇ ਆਪ ਪਲਾਨ ਕਰਕੇ ਤੇ ਉਹਨੂੰ ਲਾਗੂ ਕਰਨ ਖਾਤਰ ਸਾਨੂੰ ਆਜ਼ਾਦੀ ਦਿੱਤੀ ਜਾਵੇ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਊਗੀ ਵੀ ਜਿਹੜਾ ਵਾਘੇ ਦਾ ਬਾਰਡਰ ਆ ਉਹ ਖੋਲ੍ਹਿਆ ਜਾਵੇ ਤੇ ਨਾਲ ਪੱਕਾ ਯਕੀਨੀ ਬਣਾਇਆ ਜਾਵੇ ਜੇ ਕੱਲ ਨੂੰ ਹਾਲਾਤ ਖਰਾਬ ਹੁੰਦੇ ਵੀ ਵਾਘੇ ਦਾ ਬਾਰਡਰ ਉਦਣ ਬੰਦ ਹੋਊ ਜਿੱਦਣ ਗੁਜਰਾਤ ਦੇ ਪੋਰਟ ਬੰਦ ਹੋਣਗੇ, ਵੀ ਉੱਥੋਂ ਜਿਹੜੇ ਪਾਕਿਸਤਾਨ ਨੂੰ ਜਾਂਦਾ, ਕਰਾਚੀ ਨੂੰ ਜਾਂਦਾ ਜਿਹੜਾ। ਸੋ ਮਤਲਬ ਇੱਕ ਤਾਂ ਇਹ ਹੈ। ਦੂਸਰਾ ਪੰਜਾਬ ਇਹ ਕਰ ਸਕਦਾ ਵੀ ਆਪਣੇ ਕੋਲੇ 2 ਅੰਤਰਰਾਸ਼ਟਰੀ ਹਵਾਈ ਅੱਡੇ ਹੈਗੇ ਆ ਜੀ, ਇੱਕ ਅੰਮ੍ਰਿਤਸਰ ਦੇ ਵਿੱਚ ਤੇ ਇੱਕ ਚੰਡੀਗੜ੍ਹ ਦੇ ਵਿੱਚ, ਤੇ ਉਹਨਾਂ ਦੇ ਵਿੱਚ ਜਿਹੜੇ ਕਾਰਗੋ ਟਰਮੀਨਲ ਪੂਰੇ ਇਫੈਕਟਿਵ ਬਣਾ ਕੇ ਉਹਨਾਂ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ। ਉੱਥੇ ਅੰਤਰਰਾਸ਼ਟਰੀ ਕਾਰਗੋ ਉਡਾਨਾਂ ਵੀ ਆਉਣ ਤੇ ਉੱਥੇ ਅੰਤਰਰਾਸ਼ਟਰੀ ਆਪਣੇ ਜਿਹੜੇ ਪੈਸੰਜਰ ਉਡਾਨਾਂ ਵੀ ਸ਼ੁਰੂ ਹੋਣ। ਉਹਦੇ ਨਾਲ ਕੀ ਹੋਊਗਾ ਵੀ ਅੰਤਰਰਾਸ਼ਟਰੀ ਵਪਾਰੀ ਆਉਣਗੇ ਇੱਥੇ, ਉਹਨਾਂ ਕੰਪਨੀਆਂ ਦੇ ਵੱਡੇ ਵੱਡੇ CEO ਆਉਣਗੇ, ਕੰਟਰੈਕਟ ਕਰਨਗੇ ਆਪਣੇ ਇੱਥੇ ਆ ਕੇ ਖਰੀਦਣ ਦੇ ਨਾਲ। ਸੋ ਮਤਲਬ ਜੇ ਪੰਜਾਬ ਨੂੰ ਆਪਾਂ ਲੰਬੇ ਸਮੇਂ ਖਾਤਰ ਜਾਨੀ ਕਿ ਦੁਬਾਰੇ ਪੈਰਾਂ ਤੇ ਖੜਾ ਕਰਨਾ ਤਾਂ ਉਹਦੇ ਖਾਤਰ ਇੱਕ ਨੀਤੀ ਬਣਾ ਕੇ ਉਹਦੇ ਵਿੱਚ ਇਹ ਹੋਵੇ ਵੀ ਮਤਲਬ ਪੰਜਾਬ ਨੂੰ ਕੇਂਦਰ ਸਰਕਾਰ ਜਿਹੜਾ ਝੋਨਾ ਖਰੀਦਣ ਲਈ ਉਹ ਤਾਂ ਇੱਕ ਆਧਾਰ ਹੀ ਦਿੰਦੇ ਆ ਜੀ, CCL ਤਾਂ ਲਿਮਟ ਜਾਨੀ ਕਿ, ਤੇ ਆਪਾਂ ਨੂੰ ਪੈਸੇ ਦੇ ਤੇ ਆਪਾਂ ਉਹਦੀ ਕਣਕ ਮੋੜ ਦਿੰਦੇ ਆ। ਤੇ ਜੇ ਉਹ ਕੇਂਦਰ ਸਰਕਾਰ ਆਪਾਂ ਨੂੰ ਇਹ ਜਥੇਬੰਦੀਆਂ ਜ਼ੋਰ ਪਾਉਣ ਕੇਂਦਰ ਤੇ ਵੀ ਜੇ ਤੁਸੀਂ ਸਾਡੇ ਖਾਤਰ ਕਰਨਾ ਪੰਜਾਬ ਖਾਤਰ ਕੁਛ। ਮੈਂ ਜਾਨੀ ਕਿ ਨਾ ਇੱਕ ਦਿਨ ਆਪਣੀ ਗੱਲਬਾਤ ਸੁਣ ਰਿਹਾ ਸੀਗਾ TV ਦੇ ਉੱਪਰ ਹੀ ਵੀ ਮੋਦੀ ਸਾਹਿਬ ਸਾਰੇ ਸਿੱਖ ਆਗੂਆਂ ਨੂੰ ਬੁਲਾ ਕੇ ਪੁੱਛ ਰਿਹਾ ਵੀ ਤੁਹਾਨੂੰ ਕੀ ਦਿੱਤਾ ਜਾਵੇ ਵੀ ਸਾਰੇ ਪੰਜਾਬੀ ਜਾਂ ਸਿੱਖ ਖੁਸ਼ ਹੋ ਜਾਣ। ਤੇ ਮੈਂ ਤਾਂ ਜਿਹੜੇ ਆਗੂ ਉੱਥੇ ਜਾ ਕੇ ਮਿਲਦੇ ਆ ਤੇ ਉਹਨਾਂ ਨੂੰ ਇਹੀ ਗੱਲ ਕਹੂੰਗਾ ਵੀ ਪੰਜਾਬ ਦੇ ਸਭ ਤੋਂ ਵੱਡੇ ਸੰਕਟ ਇਸ ਟਾਈਮ ਤੇ ਕਿਉਂਕਿ ਇਕੋਨੋਮੀ ਦਾ ਤੇ ਇਕੋਨੋਮੀ ਦੇ ਵਿੱਚ ਖੇਤੀ ਆ, ਤੇ ਦੂਸਰਾ ਸੰਕਟ ਹੈ ਪਾਣੀ ਦਾ ਤੇ ਨਸ਼ਿਆਂ ਦਾ। ਚਲੋ ਉਹ ਸਾਈਡ ਤੇ ਚਲੇ ਜਾਂਦੇ ਆ, ਪਰੰਤੂ ਜੇ ਪੰਜਾਬ ਦੀ ਇਕੋਨੋਮੀ ਤੇ ਖੇਤੀ ਆਪਣੇ ਸਿਰ ਪੈਰਾਂ ਸਿਰ ਖੜੀ ਹੋ ਜਾਂਦੀ ਤਾਂ ਉਹਦੇ ਨਾਲ ਸਾਰੇ ਵਰਗ ਖੁਸ਼ਹਾਲ ਹੋਣਗੇ, ਚਾਹੇ ਦੁਕਾਨਦਾਰ ਆ, ਚਾਹੇ ਮਾਲਸ ਆ, ਚਾਹੇ ਫੈਕਟਰੀਆਂ ਨੇ। ਸੋ ਮਤਲਬ ਇਹ ਜਾਨੀ ਕਿ ਜੇ ਪੰਜਾਬ ਖਾਤਰ ਕੋਈ ਮੰਗ ਕੀਤੀ ਜਾਣੀ ਆ ਤਾਂ ਉਹ ਇਹ ਕਰਨੀ ਚਾਹੀਦੀ ਆ ਵੀ ਜਿਹੜੇ ਸਾਡੇ ਵਪਾਰ ਆ, ਜਿਹੜਾ ਅਸੀਂ ਖੇਤੀ ਦਾ ਹੀ ਵਪਾਰ ਕਰ ਸਕਦੇ ਹਾਂ, ਹੋਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ, ਵੀ ਸਾਨੂੰ ਜਿਹੜਾ ਵਪਾਰ ਆ ਵਾਘੇ ਤੋਂ ਖੋਲ੍ਹਿਆ ਜਾਵੇ ਤੇ ਉਹਦੇ ਖਾਤਰ ਜਾਨੀ ਕੇਂਦਰ ਸਪੋਰਟ ਕਰੇ, ਜਿਹੜੀ ਇੰਡਸਟਰੀ ਲਾਈ ਜਾਵੇ। ਇਹਦੇ ਵਿੱਚ ਨਾਲ ਜ਼ਰੂਰੀ ਇਹ ਆ ਵੀ ਜੇ ਆਪਾਂ ਡਿਵਰਸੀਫਾਈ ਕਰਾਂਗੇ ਤਾਂ ਉਹਦੇ ਖਾਤਰ ਇਹ ਵੀ ਬਹੁਤ ਵੱਡੀ ਗੱਲ ਆ ਵੀ ਆਪਾਂ ਵੈਲਿਊ ਐਡੀਸ਼ਨ ਵੀ ਕਰੀਏ, ਮਤਲਬ ਪ੍ਰੋਸੈਸਿੰਗ ਕਰੀਏ। ਜਿਵੇਂ ਕਣਕ ਦਾ ਦਲੀਆ ਬਣਾ ਕੇ ਭੇਜਿਆ ਜਾਵੇ, ਮੱਕੀ ਦੇ ਕਾਰਨ ਫਲੇਕਸ ਜਾਂ ਹੋਰ ਬਹੁਤ ਚੀਜ਼ਾਂ ਬਣ ਸਕਦੀਆਂ ਇੱਦਾਂ ਹੀ ਸਬਜ਼ੀਆਂ ਨੂੰ। ਸੋ ਮਤਲਬ ਉੱਦਾਂ ਦੀ ਇੰਡਸਟਰੀ ਖਾਤਰ ਪੰਜਾਬ ਨੂੰ ਇਹ ਜਿਹੜਾ ਆ ਬਈ ਮੰਗ ਕੀਤੀ ਜਾਣੀ ਆ ਚਾਹੀਦੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਾਂ ਹੋਰ ਵੀ ਜਿਹੜੇ ਲੀਡਰ ਆ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਤੋਂ, ਵੀ ਸਾਨੂੰ ਇਹਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਸੈਂਟਰ ਦਾ ਕਾਫੀ ਵੱਡੀ ਰੋਲ ਹੁੰਦਾ ਕਿਉਂਕਿ ਉਹ ਮਤਲਬ ਉਹਨਾਂ ਨੇ ਕੰਟਰੋਲ ਕਰਨਾ ਹੁੰਦਾ। ਸੋ ਜੇ ਆਪਾਂ ਨੂੰ ਇਹ ਨਾ ਦੋਨੋਂ ਚੀਜ਼ਾਂ ਤਿੰਨਾਂ ਦੀ ਇਜਾਜ਼ਤ ਮਿਲ ਜਾਂਦੀ ਹੈ ਵੀ ਬਾਰਡਰ ਖੁੱਲ੍ਹ ਜਾਂਦੇ ਆ, ਅੰਤਰਰਾਸ਼ਟਰੀ ਵਪਾਰ ਖਾਤਰ ਆਪਣੇ 에ਅਰਪੋਰਟ ਟਰਮੀਨਲ ਕਾਰਗੋ ਵਾਲੇ ਚੱਲ ਪੈਂਦੇ ਆ, ਤੇ ਨਾਲ ਸਰਕਾਰ ਸਾਨੂੰ ਸਪੋਰਟ ਕਰਦੀ ਹੈ ਇੰਡਸਟਰੀ ਬਣਾਉਣ ਲਈ, ਤੇ ਨਾਲ ਹੀ ਆਪਾਂ ਨੂੰ ਕੈਸ਼ ਜਾਨੀ ਕਿ ਆਧਾਰਾ ਦੇ ਦਿੰਦੀ ਆ ਪੈਸਾ, ਜਿਹਦੇ ਨਾਲ ਕਿ ਆਪਾਂ ਫਸਲਾਂ ਖਰੀਦ ਸਕੀਏ ਤੇ ਆਪਾਂ ਕਾਫੀ ਕੁਛ ਪਾਣੀ ਸਾਂਭ ਸਕਦੇ ਹਾਂ ਜੀ।
ਜੇ ਮੈਂ ਪਾਣੀ ਦੇ ਉੱਤੇ ਆਉਣਾ ਸੀ, ਤੁਸੀਂ ਵਧੀਆ ਇੱਥੇ ਲਿਆ ਕੇ ਗੱਲ ਮੁਕਾਈ ਕਿ ਜਦੋਂ ਮਤਲਬ ਕਿ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਪਾਣੀ ਦੀ ਬਰਬਾਦੀ ਕਰਦੇ ਨੇ, ਇਹਨਾਂ ਨੂੰ ਫ੍ਰੀ ਬਿਜਲੀ ਮਿਲਦੀ ਹੈ ਇਸ ਕਰਕੇ ਮੋਟਰਾਂ ਛੱਡ ਕੇ ਆ ਜਾਂਦੇ ਨੇ। ਪਰ ਜੇ ਇੱਕ ਹਿਸਾਬ ਲਾਇਆ ਜਾਵੇ, ਜਿਹੜੀ ਬਿਜਾਈ ਕਿਸਾਨ ਆਮ ਕਰਦੇ ਨੇ ਕੱਦੂ ਕਰਕੇ, ਉਹਦੇ ਇੱਕ ਕਿੱਲੇ ਤੇ ਕਿੰਨਾ ਕੁ ਪਾਣੀ ਲੱਗਦਾ, ਤੇ ਜਿਹੜੀ ਸਿੱਧੀ ਬਿਜਾਈ ਹੈ ਸਰਕਾਰ ਕਹਿੰਦੀ ਕਿ ਪਾਣੀ ਬਚਣਾ ਹੈ, ਤੇ ਉਹਦੇ ਵਿੱਚ ਕਿੰਨਾ ਲੱਗਦਾ? ਇਹਦਾ ਕੋਈ ਐਸਟੀਮੇਟ ਲੱਗਿਆ ਹੁਣ ਤੱਕ? ਇਹੀ ਮੈਂ ਆਪਣੇ ਸੁਖਵਿੰਦਰ ਜੀ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਵੀ ਜਦੋਂ ਇਹ ਰეკਮੈਂਡੇਸ਼ਨ ਦਿੱਤੀ ਗਈ ਵੀ ਉਦੋਂ ਇਦਾਂ ਦੀ ਕੋਈ ਚੀਜ਼ ਨਹੀਂ ਦੇਖੀ ਗਈ। ਉਹਦੇ ਵਿੱਚ ਸਿਰਫ ਇਹ ਦੇਖਿਆ ਗਿਆ ਵੀ ਜਰਮੀਨੇਸ਼ਨ ਕਿੰਨੀ ਆ ਤੇ ਇਹਦੇ ਵਿੱਚ ਵੀਡ ਕੰਟਰੋਲ ਕਿਵੇਂ ਹੁੰਦਾ। ਸੋ ਇਹ ਗੱਲਾਂ ਬਾਅਦ ਦੇ ਵਿੱਚ ਜੁੜ ਗਈਆਂ ਵੀ ਪਾਣੀ ਬਚਣ ਬਾਰੇ ਇਹਦੇ ਬਾਰੇ ਕੋਈ ਵੀ ਤੱਥ ਪੇਸ਼ ਨਹੀਂ ਕੀਤੇ ਗਏ ਜਿਹੜੇ ਸਾਇੰਟੀਫਿਕ ਢੰਗ ਨਾਲ, ਵਿਗਿਆਨਕ ਢੰਗ ਨਾਲ ਟੈਸਟ ਦੇ ਉੱਪਰ ਖਰੇ ਉਤਰਦੇ ਹੋਣ। ਸਿਰਫ ਸੁਣੀਆਂ ਸੁਣਾਈਆਂ ਗੱਲਾਂ। ਝੋਨੇ ਦੇ ਵਿੱਚ 25 ਤੋਂ 30 ਪਾਣੀ ਲੱਗਦਾ, ਇਹਦੇ ਵਿੱਚ ਵੀ 25 ਤੋਂ 30 ਪਾਣੀ ਲੱਗ ਜਾਣੇ ਆ ਜੀ। ਤੇ ਜਿਹੜਾ ਇਹਦੇ ਵਿੱਚ ਕਿਹਾ ਜਾਂਦਾ ਵੀ ਝੋਨੇ ਦੇ ਵਿੱਚ ਪਾਣੀ ਥੱਲੇ ਨਹੀਂ ਜਾਂਦਾ, ਕੱਦੂ ਕੀਤਾ ਹੁੰਦਾ ਕੱਦੂਕਰੀ ਵਾਲੇ ਦੇ ਵਿੱਚ, ਤੇ ਇਹਦੇ 'ਚ ਪਾਣੀ ਥੱਲੇ ਜਾਂਦਾ। ਪਰ ਮੈਂ ਤੁਹਾਨੂੰ ਇਹ ਦੱਸਾਂ ਵੀ ਪੰਜਾਬ ਦੇ ਸਾਰੇ ਦੇ ਵਿੱਚ ਤੁਸੀਂ ਵੀ ਸ਼ਾਇਦ ਦੇਖਿਆ ਹੋਵੇ, ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਜਦੋਂ ਝੋਨਾ ਲੱਗਣਾ ਸ਼ੁਰੂ ਹੋਇਆ 1970 ਵਗੈਰਾ ਦੇ ਵਿੱਚ, ਤਾਂ ਰੋਜ਼ ਹੀ ਪਿੰਡ ਦੇ ਵਿੱਚ 3-3 4-4 ਟਰੈਕਟਰ ਗੱਡੇ ਹੋਏ ਹੁੰਦੇ ਸੀਗੇ ਤੇ ਉਹਨਾਂ ਨੂੰ ਟੋਚਨ ਪਾ ਕੇ ਖਿੱਚਣ ਖਾਤਰ ਵੀ 2-2 3-3 ਟਰੈਕਟਰ ਲੈ ਕੇ ਜਾਏ ਜਾਂਦੇ ਸੀ। ਤੇ ਹੁਣ ਅੱਜ ਦੀ ਅਤੇ ਉਹਨਾਂ ਦੇ ਬੈਡ ਲੱਗੇ ਹੋਏ ਹੁੰਦੇ ਸੀ ਜਿਹੜੇ ਕੇਜਵੀਲ ਸਾਈਡ ਤੇ ਲੋਹੇ ਦੇ ਜੰਗਲੇ ਜੇ ਹੁੰਦੇ ਸੀ। ਤੇ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਟਰੈਕਟਰ ਬਿਨਾਂ ਬੈੜਾਂ ਤੋਂ ਕੱਦੂ ਕਰਦੇ ਆ ਤੇ ਉਹ ਭੱਜੇ ਜਾਂਦੇ ਆ। ਉਹਦਾ ਕਾਰਨ ਇਹੀ ਆ ਵੀ ਥੱਲੇ ਇੱਕ ਤਹਿ ਬਣ ਗਈ ਹੋਈ ਆ, ਉਹਦੇ ਉੱਪਰ ਟਰੈਕਟਰ ਸਖਤ ਤਹਿ ਦੇ ਉੱਪਰ ਭੱਜਿਆ ਜਾਂਦਾ। ਸੋ ਉਹ ਨਾ ਤਾਂ ਪਾਣੀ ਨੂੰ ਥੱਲੇ ਜੀਰਨ ਦਿੰਦਾ ਤੇ ਉਹ ਨਾ ਹੀ ਜਾਨੀ ਕਿ ਮਤਲਬ ਉਹਦੇ ਕਰਕੇ ਜਾਨੀ ਪਾਣੀ ਥੱਲੇ ਜਾਣਾ ਨਹੀਂ ਜਿਹੜਾ ਆਪਾਂ ਸੋਚ ਰਹੇ ਹਾਂ। ਸੋ ਇਸ ਕਰਕੇ ਵੀ ਪਾਣੀ ਵਾਲੇ ਮਸਲੇ ਦੇ ਤਾਂ ਮੈਨੂੰ ਇਹ 100% ਹੈ ਵੀ ਆਪਾਂ ਨੂੰ ਇਹਨੂੰ ਇਹ ਸੋਚ ਕੇ ਪ੍ਰਮੋਟ ਨਹੀਂ ਕਰਨਾ ਚਾਹੀਦਾ ਵੀ ਇਹਦੇ ਨਾਲ ਪੰਜਾਬ ਦਾ ਪਾਣੀ ਬਚੂਗਾ। ਕੀ ਵਾਕਈ ਪਾਣੀ ਦੀ ਬਰਬਾਦੀ ਦੇ ਲਈ ਇਕੱਲਾ ਝੋਨਾ ਜ਼ਿੰਮੇਵਾਰ ਹੈ, ਜਾਂ ਪਾਣੀ ਜ਼ਹਿਰੀਲਾ ਹੋਣ ਲਈ ਜਿਹੜੇ ਕਿਸਾਨ ਕੀਟਨਾਸ਼ਕ ਪਾਉਂਦੇ ਨੇ ਉਹ ਜ਼ਿੰਮੇਵਾਰ ਹੈ? ਨਹੀਂ ਸੁਖਵਿੰਦਰ ਜੀ, ਇਹਦੇ ਵਿੱਚ ਤੁਸੀਂ ਬੜਾ ਵਧੀਆ ਸਵਾਲ ਕੀਤਾ। ਦੇਖੋ ਪੰਜਾਬ ਦੇ ਵਿੱਚ ਆਪਣੇ ਕੋਲੇ ਜਿਹੜੀ ਪਾਣੀ ਦੀ ਮੰਗ ਆ, ਇਹ ਸਾਰੇ ਕਿਤੇ ਸਾਰੀ ਦੁਨੀਆ ਦੇ ਵਿੱਚ ਹੀ ਜਿਹੜਾ ਖੇਤੀਬਾੜੀ ਸੈਕਟਰ ਆ ਉਹਦੇ ਮੰਗ ਬਹੁਤ ਜ਼ਿਆਦਾ ਹੁੰਦੀ ਐਜ਼ ਕੰਪੇਅਰ ਟੂ। ਪਰ ਆਪਾਂ ਜੇ ਦੇਖੀਏ ਵੀ ਸ਼ਹਿਰੀ ਜਿਹੜੀ ਆਪਣੀਆਂ ਫੈਕਟਰੀਆਂ ਨੇ, ਜਿਵੇਂ ਉਹ ਜ਼ਿਮੀਦਾਰ ਤਾਂ ਜਾਨੀ ਕਿ ਇੱਕ ਸਿਸਟਮ ਦੇ ਵਿੱਚ ਹੈ ਆਪਣਾ, ਇੱਕ ਕਹਿੰਦੇ ਆ ਵੀ ਆਪਣਾ ਰਹਿਣ ਸਹਿਣ ਦਾ ਢੰਗ ਆ ਖੇਤੀਬਾੜੀ, ਮਤਲਬ ਇਹ ਇੱਕ ਉਦਯੋਗ ਨਹੀਂ ਹੈ। ਪਰ ਜੇ ਤੁਸੀਂ ਦੇਖੋ ਵੀ ਪੈਪਸੀ ਦੀ ਫੈਕਟਰੀ ਲੱਗਿਆ, ਬੋਟਲਿੰਗ ਪਲਾਂਟ ਲੱਗਿਆ, ਉਹਨਾਂ ਦੇ ਬੋਰ ਲਗਾਤਾਰ ਚੱਲਦੇ ਆ। ਸੋ ਉਹਦਾ ਆਪਣੇ ਜਾਨੀ ਕਿ ਪੰਜਾਬ ਦੇ ਵਿੱਚ ਪਾਣੀ ਦੀ ਕੋਈ ਪਾਲਿਸੀ ਹੀ ਨਹੀਂ ਆ। ਪਿੱਛੇ ਜੇ ਇਹਨਾਂ ਨੇ ਪਾਲਿਸੀ ਬਣਾਈ ਸੀ ਇੱਕ, ਉਹਦੇ ਵਿੱਚ ਇਹ ਕਿਹਾ ਗਿਆ ਸੀ ਜਿਹੜੇ ਇੰਡਸਟਰੀਅਲ ਆ ਜਾਂ ਕਿਸੇ ਨੇ ਕੋਈ ਟੈਂਕਰ ਭਰ ਕੇ ਵੇਚਣਾ ਜਾਂ ਹੋਰ ਕੁਝ ਕਰਨਾ, ਜਿਵੇਂ ਆਪਣੀਆਂ ਇਹ ਕੋਕ ਵਾਲੀਆਂ ਫੈਕਟਰੀਆਂ ਨੇ ਜਾਂ ਇੰਡਸਟਰੀ ਦੇ ਵਿੱਚ ਪਾਣੀ ਵਰਤ ਹੁੰਦਾ, ਉਹਨਾਂ ਨੂੰ ਆਪਣੀ ਪਰਮਿਸ਼ਨ ਲੈਣੀ ਪਊਗੀ ਤੇ ਰਿਕਾਰਡ ਰੱਖਣਾ ਪਊਗਾ। ਪਰ ਉਹ ਪਾਲਿਸੀ ਲਾਗੂ ਨਹੀਂ ਹੋਈ। ਇਦਾਂ ਹੀ ਜਾਨੀ ਕਿ ਪੰਜਾਬ ਸਰਕਾਰ ਆਪਣੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਇੱਕ ਇਹਨਾਂ ਨੇ ਇਜ਼ਰਾਈਲ ਦੀ ਕੰਪਨੀ ਨੂੰ 25 ਕਰੋੜ ਦੇ ਲਗਭਗ ਦੇ ਵਿੱਚ ਠੇਕਾ ਦਿੱਤਾ ਸੀ। ਮੈਕਰੋਟੋ ਜਾਂ ਮਰਕੋਟ ਨਾਂ ਦੀ ਉਹ ਕੰਪਨੀ ਸੀ। ਉਹਨਾਂ ਨੇ ਇੱਥੇ ਜਾਨੀ ਥੋੜਾ ਬਹੁਤਾ ਕੰਮ ਕੀਤਾ ਤੇ ਉਹਨਾਂ ਨੇ 25 ਕਰੋੜ ਰੁਪਏ ਲੈ ਲਏ ਤੇ ਉਹਨਾਂ ਨੇ ਰਿਪੋਰਟ ਬਣਾ ਕੇ ਦੇਤੀ ਜੀ ਤੁਹਾਡੇ ਇੱਥੇ ਹੋਰ ਡਾਟਾ ਇਕੱਠਾ ਕਰਨ ਦੀ ਲੋੜ ਆ, ਤੇ ਹੋਰ ਉਹਨਾਂ ਨੇ ਕੁਝ ਨਹੀਂ ਦਿੱਤਾ। ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਪਾਣੀ ਦੀ ਸਭ ਤੋਂ ਵੱਧ ਖਪਤ ਕਿੱਥੇ ਹੁੰਦੀ ਆ, ਖੇਤੀ ਦੇ ਵਿੱਚ ਹੁੰਦੀ ਹੈ। ਪਰੰਤੂ ਉਹਦੇ ਵਿੱਚ ਜਾਨੀ ਕਿ ਨਾਲ ਦੀ ਨਾਲ ਸ਼ਹਿਰਾਂ ਦੇ ਵਿੱਚ ਵੀ ਆਪਾਂ ਦੇਖੀ ਅੱਜ ਕੱਲ੍ਹ ਜਾਨੀ ਕਿ ਮਤਲਬ ਅੱਗੇ ਆਪਣੀ ਜਿਹੜੀ ਘਰੇਲੂ ਵਰਤੋਂ ਹੁੰਦੀ ਸੀ, ਉਸ ਦੇ ਵਿੱਚ ਆਪਣੇ ਰਹਿਣ ਸਹਿਣ ਦੇ ਢੰਗ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਆ। ਜਿਵੇਂ ਇੱਕ ਗੋਲਫ ਕੋਰਸ ਲਾ ਲਓ ਜੀ, ਜਿਹੜਾ ਗੋਲਫ ਕੋਰਸ ਤੇ ਪਾਣੀ ਲੱਗਦਾ ਉਹ ਝੋਨੇ ਦੇ ਖੇਤ ਨਾਲੋਂ ਕਿਤੇ ਵੱਧ ਲੱਗਦਾ। ਏਦਾਂ ਹੀ ਮਤਲਬ ਜਿਵੇਂ ਤੁਹਾਨੂੰ ਕੋਕ ਦੀਆਂ ਫੈਕਟਰੀਆਂ, ਉਹਨਾਂ ਦੇ ਟਿਊਬਵੈੱਲ ਕਦੇ ਬੰਦ ਹੀ ਨਹੀਂ ਹੁੰਦੇ ਹੈਗੇ। ਸੋ ਏਦਾਂ ਇਹ ਨਹੀਂ ਇਕੱਲੇ ਜ਼ਿਮੀਂਦਾਰਾਂ ਨੂੰ ਦੋਸ਼ ਦਿੱਤਾ ਜਾਣਾ। ਦੂਜੀ ਗੱਲ ਤੁਸੀਂ ਗੱਲ ਕੀਤੀ ਪ੍ਰਦੂਸ਼ਣ ਦੀ। ਸੋ ਪ੍ਰਦੂਸ਼ਣ ਦੇ ਵਿੱਚ ਜਾਨੀ ਕਿ ਨਾ ਮਤਲਬ ਦੇਖੋ ਬੜੀ ਦੁਖਾਂਤ ਵਾਲੀ ਗੱਲ ਆ ਵੀ ਆਪਣਾ ਜਾਨੀ ਜਿਹੜਾ ਆਪਾਂ ਕੈਂਸਰ ਟ੍ਰੇਨ ਦੀ ਗੱਲ ਕਰਦੇ ਹਾਂ ਜਾਂ ਆਪਾਂ ਦੇਖਦੇ ਹਾਂ ਵੀ ਕਈ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਵਾਲੇ ਪਾਸੇ ਵੀ ਉੱਥੇ ਬੱਚੇ ਅਪਾਹਜ ਪੈਦਾ ਹੋ ਰਹੇ ਆ। ਸੋ ਇਹਦਾ ਕਾਰਨ ਸਭ ਤੋਂ ਵੱਡਾ ਇਹ ਆ ਵੀ ਜਿਹੜਾ ਲੁਧਿਆਣੇ ਦਾ ਸਾਰਾ ਇੰਡਸਟਰੀ ਦਾ ਪਾਣੀ ਆ, ਉਹ ਸਾਰਾ ਜਾ ਕੇ ਦਰਿਆ ਦੇ ਵਿੱਚ ਮਿਲਦਾ ਸਤਲੁਜ ਦੇ ਵਿੱਚ, ਤੇ ਉੱਥੋਂ ਸਤਲੁਜ ਦੇ ਰਾਹੀਂ ਉਹ ਸਾਰਾ ਨਹਿਰਾਂ ਦਾ ਹੁੰਦਾ ਹੋਇਆ ਪਿੰਡਾਂ ਤੱਕ ਪਹੁੰਚਦਾ ਤੇ ਲੋਕੀ ਉੱਥੇ ਪੀਂਦੇ ਆ ਜਾਂ ਧਰਤੀ ਹੇਠ ਲਾ ਉੱਥੇ, ਕਿਉਂਕਿ ਪਾਣੀ ਖਾਰਾ ਹੈ। ਸੋ ਨਹਿਰੀ ਪਾਣੀ ਪੀਣ ਨੂੰ ਠੀਕ ਹੁੰਦਾ, ਪਰੰਤੂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਦੇਖਣ ਨੂੰ ਸਾਫ਼ ਲੱਗ ਰਿਹਾ ਪਾਣੀ, ਇਹਦੇ ਵਿੱਚ ਭਾਰੀਆਂ ਜਿਹੜੀਆਂ ਹੈਵੀ ਮੈਟਲਸ ਕਹਿੰਦੇ ਆਪਾਂ ਉਹਨਾਂ ਨੂੰ ਇੰਗਲਿਸ਼ ਦੇ ਵਿੱਚ, ਭਾਰੀਆਂ ਧਾਤਾਂ ਜਿਵੇਂ ਕ੍ਰੋਮੀਅਮ, ਨਿਕਲ, ਕੋਬਾਲਟ ਵਗੈਰਾ ਹੋ ਗਏ, ਇਹ ਬਹੁਤ ਮਾਤਰਾ ਦੇ ਵਿੱਚ ਹੁੰਦੇ ਆ। ਸੋ ਉਹ ਜਦੋਂ ਜਾਂਦੇ ਆ ਤਾਂ ਉਹ ਕੈਂਸਰ ਦਾ ਕਾਰਨ ਬਣਦੇ ਆ। ਸੋ ਇਹਦੇ ਵਿੱਚ ਹੈ ਕਿ ਮਤਲਬ ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ, ਲੁਧਿਆਣੇ ਦੇ ਵਿੱਚ 3-4 ਆਪਣੇ ਸੀਵੇਜ ਟ੍ਰੀਟਮੈਂਟ ਪਲਾਂਟ ਆ ਜੀ। ਇੱਕ ਭੱਟੀਆਂ ਦੇ ਵਿੱਚ ਆ, ਇੱਕ ਆਪਣਾ ਲਾਦੀਆਂ ਸ਼ਾਇਦ ਉਧਰਲੇ ਪਾਸੇ ਆ, ਤੇ ਮਤਲਬ 3 ਨੇ, ਇੱਕ ਸ਼ਹਿਰ ਦੇ ਵਿੱਚ ਆ ਬਿਲਕੁਲ ਵੀ।
ਸੋ ਮੈਂ ਜਦੋਂ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦਾ ਸੀ ਉਦੋਂ ਮੈਂ ਇਹਨਾਂ ਨੂੰ ਜਦ ਮੇਰੀ ਡਿਊਟੀ ਲੱਗੀ ਅਸੀਂ ਚੈੱਕ ਵੀ ਕਰਨ ਗਏ ਤੇ ਉਹ ਇਹਨਾਂ ਦੇ ਵਿੱਚ ਪਲਾਂਟਾਂ ਦੇ ਵਿੱਚ ਜਾਣੀ ਕਿ ਪਾਣੀ ਦੀ ਆਮਦ ਕਪੈਸਿਟੀ ਇੰਨੀ ਥੋੜੀ ਹੈ ਵੀ ਜਿੰਨਾ ਪਾਣੀ ਆਉਂਦਾ ਬਿਨਾਂ ਟਰੀਟ ਕੀਤੇ ਸਿੱਧਾ ਅੱਗੇ ਨਿਕਲ ਜਾਂਦਾ। ਦੂਸਰਾ ਕਾਰਨ ਇਹ ਹੈ ਵੀ ਲੁਧਿਆਣੇ ਦੇ ਵਿੱਚ ਜਿਹੜੀ ਡਾਈਂਗ ਇੰਡਸਟਰੀ ਲੱਗੀ ਹੋਈ ਆ, ਨਿਕਲ ਪਲੇਟਿੰਗ ਵਾਲੀ ਇਲੈਕਟ੍ਰੋਪਲੇਟਿੰਗ ਵਾਲੀ ਇੰਡਸਟਰੀ ਆ, ਉਹਨਾਂ ਦਾ ਜਿਹੜਾ ਪਾਣੀ ਆ ਉਹ ਇਹਦੇ ਵਿੱਚ ਜਾਣੀ ਕਿ ਨਾ ਮਤਲਬ ਆਪਾਂ ਸੀਵਰੇਜ ਦੇ ਟਰੀਟਮੈਂਟ ਖਾਤਰ ਵੀ ਆਪਾਂ ਨੂੰ ਅੱਡ ਅੱਡ ਟੈਕਨੀਕ ਸੁਣਨੀ ਆ। ਜੇ ਆਪਾਂ ਹੈਵੀ ਮੈਟਲ ਕੱਢਣੇ ਆ ਉਹਦੇ ਖਾਤਰ ਅੱਡ ਆ, ਜੇ ਆਪਾਂ ਉਹਦੇ ਵਿੱਚ ਆਰਗੈਨਿਕ ਮੈਟਰ ਕੱਢਣਾ ਅੱਡ ਆ। ਸੋ ਜਿਹੜੇ ਵੱਡੇ 3 ਪਲਾਂਟ ਲੱਗੇ ਹੋਏ ਆ ਉਹ ਸਿੰਪਲ ਆਪਣਾ BOD COD ਦੇ ਖਾਤਰ ਹੁੰਦੇ ਆ ਜਾਣੀ ਕਿ, ਪਰੰਤੂ ਜਿਹੜੀ ਆਪਣੇ ਇਹ ਹੈਵੀ ਮੈਟਲਸ ਨੂੰ ਆਪਾਂ ਜੇ ਪਾਣੀ ਦੇ ਵਿੱਚੋਂ ਕੱਢਣਾ ਹੋਵੇ ਉਹਦੇ ਖਾਤਰ ਆਪਣਾ ਟਰਸ਼ਰੀ ਟਰੀਟਮੈਂਟ ਤੱਕ ਜਾਣਾ ਪੈਂਦਾ ਆਪਾਂ ਨੂੰ, ਜਿਹਦੇ ਵਿੱਚ ਕਿ ਕਾਫੀ ਕਾਸਟ ਆਉਂਦੀ ਆ। ਤੇ ਉਹਦੇ ਖਾਤਰ ਚਾਹੀਦਾ ਤਾਂ ਇਹ ਆ, ਸਰਕਾਰ ਨੇ ਪਾਇਲਟ ਪ੍ਰੋਜੈਕਟ ਕੀਤਾ ਵੀ ਸੀ ਵੀ ਜਿਹੜੀਆਂ ਇਦਾਂ ਦੀਆਂ ਫੈਕਟਰੀਆਂ ਵੀ ਜਾਂ ਤਾਂ ਉਹ ਆਪਣੇ ਪਲਾਂਟ ਲਾਉਣਗੀਆਂ ਜਾਂ ਉਹਨਾਂ ਦੇ ਕੋਲੋਂ ਟੈਂਕਰਾਂ ਦੇ ਵਿੱਚ ਪਾਣੀ ਇਕੱਠਾ ਕਰਕੇ ਇੱਕ ਵੱਡੇ ਪਲਾਂਟ ਦੇ ਵਿੱਚ ਲਿਆ ਜਾਊ, ਉੱਥੋਂ ਟਰੀਟ ਕਰਕੇ ਛੱਡਿਆ ਜਾਊਗਾ। ਪਰ ਉਹ ਹੌਲੀ ਹੌਲੀ ਪਹਿਲਾਂ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਟੈਂਕਰਾਂ ਦੇ ਹਿਸਾਬ ਨਾਲ ਪੈਸਾ ਦੇਣਾ ਪੈਂਦਾ ਸੀਗਾ, ਉਹਨਾਂ ਨੇ ਆਪਣਾ ਇੱਧਰ ਚੋਰੀ ਚਾਰੀ ਕਰਕੇ ਉਹ ਸਾਰਾ ਫੇਰ ਉਹਦੇ ਵਿੱਚ ਹੀ ਪਾ ਦਿੰਦੇ, ਟੈਂਕਰ ਫੈਕਟਰੀ ਤੋਂ ਭਰਿਆ ਕਿਤੇ ਜਾ ਕੇ ਬੁੱਢੇ ਨਾਲੇ ਦੇ ਵਿੱਚ ਦੂਰ ਜਾ ਕੇ ਛੱਡਤਾ ਜਾਂ ਕਿਤੇ ਹੋਰ ਛੱਡਤਾ। ਸੋ ਮਤਲਬ ਜਾਣੀ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਸਖਤ ਕਰਨ ਦੀ ਲੋੜ ਆ। ਤੇ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਆ, ਮਤਲਬ ਇਹ ਇਦਾਂ ਨਹੀਂ ਹੈ ਵੀ ਇਹ ਪਾਣੀ ਸਾਫ਼ ਨਹੀਂ ਹੋ ਸਕਦਾ। ਮੈਨੂੰ ਲੱਗਦਾ ਹੁਣ ਮੈਨੂੰ ਕਾਫੀ ਚਿਰ ਹੋ ਗਿਆ ਜਾਣੀ ਕਿ ਆਏ ਨੂੰ, ਇਹ 2008-9 ਦੀ ਗੱਲ ਹੋਣੀ ਆ ਬਈ ਜਿਹੜਾ ਆਪਣਾ ਫਗਵਾੜੇ ਦੇ ਵਿੱਚ ਜਿਹੜਾ ਵਾਟਰ ਟਰੀਟਮੈਂਟ ਪਲਾਂਟ ਬੜਾ ਵਧੀਆ ਕੰਮ ਕਰ ਰਿਹਾ ਸੀ, ਉਹ ਚੋਂ ਬਿਲਕੁਲ ਸਾਫ਼ ਪਾਣੀ ਨਿਕਲ ਰਿਹਾ ਸੀ, ਅੰਦਰ ਕਾਲਾ ਆ ਰਿਹਾ ਸੀ। ਇਦਾਂ ਹੀ ਜਲੰਧਰ ਦੇ ਵਿੱਚ 3-4 ਨੇ, ਇੱਕ ਤਾਂ ਲੈਦਰ ਡੈਰੀਆਂ ਵਾਲੇ ਲੈਦਰ ਇੰਡਸਟਰੀ ਵਾਲੇ ਪਾਸੇ ਉਹ ਨਹੀਂ, ਇੱਕ ਹੋਰ ਸੀਗਾ ਮੈਨੂੰ ਨਾਂ ਭੁੱਲ ਰਿਹਾ, ਉਹਦੇ ਵਿੱਚੋਂ ਬੜਾ ਵਧੀਆ ਜਾਣੀ ਕਿ ਅੱਡ ਟੈਕਨੋਲੋਜੀਜ਼ ਵੀ ਆ ਨਾਲੇ ਵੀ ਜਿਹੜੀ ਸੀਵੇਜ ਟਰੀਟਮੈਂਟ ਦੀਆਂ ਵੀ ਇਹਨਾਂ ਦੇ 3-4 ਟੈਕਨੋਲੋਜੀ ਆ। ਉਹਨਾਂ ਦੇ ਵਿੱਚੋਂ ਜਿਹੜੀ ਨਵੀਂ ਟੈਕਨੋਲੋਜੀ ਆ ਉਹ 'ਚ ਥੋੜੀ એનર્ਜੀ ਵੱਧ ਲੱਗਦੀ ਆ, ਕਾਸਟ ਹੈਗੀ ਆ, ਪਰੰਤੂ ਉਹਦੇ ਨਾਲ ਪਾਣੀ ਬਿਲਕੁਲ ਸਾਫ਼ ਹੋ ਜਾਂਦਾ ਜਿਵੇਂ ਦਾ ਟੂਟੀ ਤੋਂ ਆਉਂਦਾ। ਇੱਕ ਜਿਹੜੀ ਗੱਲ ਹੋਰ ਹੋਈ ਹੈ ਵੀ ਪਿਛਲੇ ਸਮੇਂ ਦੇ ਵਿੱਚ ਨਾ ਜਿਹੜੀ ਸਰਕਾਰਾਂ ਨੇ ਬੜੇ ਸੀਵੇਜ ਟਰੀਟਮੈਂਟ ਬਣਾਏ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਤੇ ਉਹ ਬਣਾਉਣ ਤੋਂ ਬਾਅਦ ਉਹਨਾਂ ਦਾ ਜਿਹੜਾ ਠੇਕਾ ਦਿੱਤਾ ਗਿਆ ਪ੍ਰਾਈਵੇਟ ਕੰਪਨੀਆਂ ਨੂੰ ਆਪਰੇਟ ਕਰਨ ਲਈ। ਤੇ ਪਰੰਤੂ ਅਸੀਂ ਜਦੋਂ ਜਾ ਕੇ ਦੇਖਿਆ ਵੀ ਉਹ ਬਹੁਤੀਆਂ ਥਾਵਾਂ ਤੇ ਤਾਂ ਉਹ ਚੱਲਦੇ ਨਹੀਂ ਹੁੰਦੇ ਸੀ, ਕਿਉਂਕਿ ਉਹ ਠੇਕੇਦਾਰ ਨੇ ਆਪਣਾ ਬਿਜਲੀ ਦਾ ਖਰਚਾ ਬਚਾਉਣਾ ਹੁੰਦਾ ਸੀ ਜਾਂ ਸਟਾਫ ਨਹੀਂ ਰੱਖਿਆ ਹੋਇਆ। ਸੋ ਮਤਲਬ ਗੱਲ ਤਾਂ ਇਨਫੋਰਸਮੈਂਟ ਦੀ, ਆਪਣੇ ਕੋਲ ਇਨਫਰਾਸਟ੍ਰਕਚਰ ਹੈ, ਜੇ ਕੋਈ ਊਣਤਾਈਆਂ ਨੇ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ। ਤੇ ਲੁਧਿਆਣੇ ਖਾਤਰ ਇਹ ਦੇਖੋ ਇਹ ਬੜੇ ਚਿਰ ਦੀ ਚੱਲੀ ਆ ਰਹੀ ਹੈ, ਇਹਦੇ ਸਖਤਾਈ ਨਾਲ ਹੀ ਮਤਲਬ ਇਹ ਕੀਤਾ ਜਾ ਸਕਦਾ ਹੈ, ਇਹਦਾ ਕੋਈ ਇਲਾਜ ਨਹੀਂ। ਕਿਉਂਕਿ ਆਪਾਂ ਇਹ ਇੱਕ ਨਾ ਕਲਚਰ ਦੇ ਵਿੱਚ, ਹੁਣ ਮੈਂ ਇੱਥੇ ਆ ਕੇ ਦੇਖਿਆ ਜਾਣੀ ਕਿ ਕੈਨੇਡਾ ਆਉਣ ਤੋਂ ਬਾਅਦ, ਵੀ ਬੱਚਿਆਂ ਖਾਤਰ ਵੀ ਨਾ ਜੇ ਆਪਣੀਆਂ ਪੰਜਾਬ ਤੋਂ ਆਦਤਾਂ ਪਈਆਂ, ਜੇ ਆਪਾਂ ਮਾੜਾ ਮੋਟਾ ਇਦਾਂ ਦੀ ਗੱਲ ਕਰਦੇ ਨੇ ਵੀ ਇੱਥੇ ਆ ਚੀਜ਼ ਸੁੱਟਦੀ, ਤਾਂ ਬੱਚੇ ਜਾਣੀ ਕਿ ਉਸ ਚੀਜ਼ ਨੂੰ ਬੜਾ ਬੁਰਾ ਮਨਾਉਂਦੇ ਆ। ਮਤਲਬ ਜਿਵੇਂ ਆਪਾਂ ਹੁਣ ਐਤਕੀ ਆਪਣੀ ਤੂੜੀ ਨੂੰ ਅੱਗ, ਉਹ ਜਿਹੜੀ ਰਹਿੰਦ ਖੂੰਹਦ ਤੇ ਅੱਗ ਤੇ ਰੌਲਾ ਪਿਆ ਐਤਕੀ, ਹੈ ਨਾ, ਜੇ ਇੱਥੇ ਜਾਣੀ ਕਿ ਹੋਵੇ ਤਾਂ ਉਹ ਮਤਲਬ ਲੋਕਾਂ ਦੇ ਕਲਚਰ 'ਚ ਹੀ ਨਹੀਂ ਹੈ ਵੀ ਕੋਈ ਕਿਸੇ ਦੀ ਚਿੜੀ ਜਾਂ ਕੋਈ ਦਰਖਤ ਸੜ ਕੇ ਖਤਮ ਹੋ ਜਾਵੇ। ਸੋ ਮਤਲਬ ਆਪਣੀ ਐਜੂਕੇਸ਼ਨ ਸਿਸਟਮ ਨੂੰ ਵੀ ਰਿਵਾਈਵ ਕਰਨ ਦੀ ਲੋੜ ਆ ਵੀ, ਤਾਂ ਕਿ ਆਪਣੇ ਜਿਹੜੀ ਸੋਚ ਦਾ ਹਿੱਸਾ ਬਣ ਜਾਏ ਵੀ ਆਪਾਂ ਵਾਤਾਵਰਨ ਨੂੰ ਸਾਫ਼ ਰੱਖਣਾ। ਇੱਕ ਮੈਂ ਇੱਥੇ ਸੁਖਵਿੰਦਰ ਜੀ ਐਂਡ ਤੇ ਇੱਕ ਲਾਸਟ ਗੱਲ ਕਰਨੀ ਚਾਹੂੰਗਾ। ਇੱਕ ਨਾ ਮਤਲਬ ਜਿਹੜੀ ਇਹ ਕੁਦਰਤ ਦਾ ਵਰਤਾਰਾ ਵੀ ਦੇਖੋ, ਜੇ ਆਪਣੀ ਬਹੁਤ ਵਧੀਆ ਜ਼ਮੀਨ ਆ ਤੇ ਜੇ ਆਪਾਂ ਉਹਦੇ ਵਿੱਚ ਆਪਣਾ ਕੋਈ ਭਾਰੀਆਂ ਧਾਤਾਂ ਵਾਲਾ ਜਾਂ ਮਤਲਬ ਕੋਈ ਪਲੀਤ ਪਾਣੀ ਉਹਦੇ ਨਾਲ ਇਰੀਗੇਸ਼ਨ ਕਰਤੀ, ਤਾਂ ਆਪਣੀ ਜ਼ਮੀਨ ਉਹ ਖਰਾਬ ਹੋ ਜੂਗੀ। ਤੇ ਇਦਾਂ ਹੀ ਜੇ ਉਹ ਮਾੜਾ ਪਾਣੀ ਆਪਣੇ ਧਰਤੀ ਹੇਠਲੇ ਪਾਣੀ ਦੇ ਵਿੱਚ ਰਲ ਗਿਆ ਤਾਂ ਉਹ ਮੁੜ ਕੇ ਉਹਨਾਂ ਨੂੰ ਜਾਣੀ ਕਿ ਆਪਾਂ ਕਹੀਏ ਸਾਫ਼ ਕਰਨਾ ਬਹੁਤ ਔਖਾ ਹੈ। ਮਤਲਬ ਉਹ ਇੱਕ ਕਿਸਮ ਦਾ ਇਰਰਿਵਰਸੀਬਲ ਹੋ ਜਾਂਦਾ ਵੀ ਉਹ ਦੁਬਾਰੇ ਮੁੜਿਆ ਨਹੀਂ ਜਾ ਸਕਦਾ। ਸੋ ਇਹ ਮਤਲਬ ਆਪਾਂ ਨੂੰ ਬੜੀ ਸੋਚ ਸਮਝ ਕੇ, ਨੀਤੀਆਂ ਹੈਗੀਆਂ, ਕਾਨੂੰਨ ਵੀ ਹੈਗੇ ਆ, ਪਰ ਉਹਨਾਂ ਨੂੰ ਲਾਗੂ ਕਰਨ ਦੀ ਲੋੜ ਆ ਤੇ ਜਿੱਥੇ ਜਿੱਥੇ ਤਬਦੀਲੀਆਂ ਦੀ ਲੋੜ ਆ ਉਹ ਕਰਨ ਦੀ ਲੋੜ ਆ। ਸੋ ਮੈਂ ਤਾਂ ਜਾਣੀ ਇਹੀ ਸੋਚਣਾ ਜੇ ਵੀ ਪੰਜਾਬ ਦਾ ਪਾਣੀ ਬਚਾਉਣਾ ਤਾਂ ਉਹਦੇ ਖਾਤਰ ਜਾਣੀ ਇੱਕ ਤਾਂ ਮਤਲਬ ਵੀ ਜੇ ਕੁਆਲਿਟੀ ਵਾਲੇ ਪਾਸੇ ਤੋਂ ਗੱਲ ਕਰਦੇ ਆ ਤਾਂ ਜਿਹੜਾ ਇਹ ਜਾਣੀ ਕਿ ਆਪਣਾ ਪਾਣੀ ਨੂੰ ਟਰੀਟਮੈਂਟ ਦਾ ਜਿਹੜਾ ਸਹੀ ਹੈ ਇਹਨੂੰ ਲਾਗੂ ਕਰਨਾ ਚਾਹੀਦਾ। ਹਰੇਕ ਟਰੀਟਮੈਂਟ ਪਲਾਂਟ ਦੇ ਉੱਪਰ ਮੋਨੀਟਰਿੰਗ ਹੋਵੇ, ਚੈੱਕ ਹੋਵੇ। ਉੱਥੇ ਮੈਂ ਤੁਹਾਨੂੰ ਦੱਸਾਂ ਵੀ ਲੈਬਸ ਬਣੀਆਂ ਹੁੰਦੀਆਂ, ਅਸੀਂ ਦੇਖੀਆਂ ਵੀ ਉਹ ਲੈਬਸ ਦੇ ਵਿੱਚ ਜਿਹੜੇ ਕੈਮੀਕਲ ਲਿਆ ਕੇ ਚੈੱਕ ਕਰਨ ਵਾਲੇ ਰੱਖੇ ਹੋਏ ਸੀ, ਉਹਨਾਂ ਦੀਆਂ ਸ਼ੀਸ਼ਿਆਂ ਦੀਆਂ ਸੀਲਾਂ ਵੀ ਨਹੀਂ ਖੋਲੀਆਂ ਗਈਆਂ ਸੀ। ਸੋ ਮਤਲਬ ਜਾਣੀ ਕਿ ਵੀ ਉਹ ਚੀਜ਼ ਤੱਕ ਜਾਣ ਦੀ ਲੋੜ ਆ ਵੀ ਉਹ ਇਫੈਕਟਿਵਲੀ ਕੰਮ ਕੀਤਾ ਜਾਵੇ। ਦੂਸਰੀ ਗੱਲ ਇਹ ਆ ਵੀ ਪੰਜਾਬ ਦੀ ਖੇਤੀ 'ਚੋਂ ਝੋਨੇ ਨੂੰ ਕੱਢਤਾ ਜਾਵੇ। ਜਿੰਨਾ ਪੈਸਾ ਆਪਾਂ ਪੰਜਾਬ ਦੇ ਵਿੱਚ ਝੋਨੇ ਦੇ ਮਸਲੇ ਹੱਲ ਕਰਨ ਤੇ ਲਾ ਰਹੇ ਆ, ਮਤਲਬ ਵੀ ਕਦੇ ਆਪਾਂ ਨੇ ਸਿੱਧੀ ਬਿਜਾਈ ਖਾਤਰ ਪੈਸੇ ਦਿੱਤੇ, ਕਦੇ ਬਿਜਲੀ ਤੇ ਖਰਚੇ ਖਾਤਰ ਪੈਸੇ ਦਿੱਤੇ। ਹਰੇਕ ਜ਼ਿਮੀਂਦਾਰ ਨੇ ਮੈਨੂੰ ਲੱਗਦਾ ਪਿਛਲੇ 10 ਸਾਲ ਦੇ ਵਿੱਚ 2 ਤੋਂ 2.5 ਲੱਖ ਤਾਂ ਆਪਣੇ ਟਿਊਬਵੈੱਲ ਡੂੰਘੇ ਕਰਾਉਣ ਤੇ ਲਾਤਾ ਹੋਣਾ ਜੀ, ਇੰਡੀਵਿਜੂਅਲ ਕਾਸਟ ਲਾਈਏ ਜੇ ਆਪਾਂ। ਸੋ ਮਤਲਬ ਆਪਾਂ ਕਿੰਨੀ ਵੱਡੀ ਇਨਵੈਸਟਮੈਂਟ ਕਰ ਰਹੇ ਹਾਂ ਤੇ ਉੱਤੋਂ ਆਪਾਂ ਆਪਣਾ ਘਰ ਖਾਲੀ ਕਰ ਰਹੇ ਹਾਂ।
ਸੋ ਆਪਾਂ ਚਾਹੀਦਾ ਵੀ ਉਹ ਜਿਹੜਾ ਸਾਰਾ ਪੈਸਾ ਲੱਗ ਰਿਹਾ ਇਹਦੇ ਵਿੱਚ ਮੈਂ ਜਾਣੀ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰੂੰਗਾ ਵੀ ਉਹ ਝੋਨੇ ਖਾਤਰ ਨਾ ਉਹ ਸਰਕਾਰ ਤੇ ਦਬਾਅ ਇਹ ਪਾਉਣ, ਕੇਂਦਰ ਸਰਕਾਰ ਤੇ ਵੀ, ਸੂਬਾ ਸਰਕਾਰ ਤੇ ਵੀ, ਅਸੀਂ ਝੋਨੇ ਨੂੰ ਖਹਿੜਾ ਛੱਡਣ ਨੂੰ ਤਿਆਰ ਆ ਵੀ ਸਾਡਾ ਇੰਨਾ ਝੋਨੇ ਨਾਲ ਇੰਨੀ ਆਮਦਨ ਹੁੰਦੀ ਆ, ਤੁਸੀਂ ਇਹਦੇ ਖਾਤਰ ਰਾਹ ਬਣਾਓ, ਜੇ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ। ਤੇ ਦੇਖੋ ਆਪਾਂ ਨੂੰ ਆਪਣਾ ਬਚਾਉਣ ਖਾਤਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਜੀ। ਇੱਕ ਵਾਰੀ ਨਵੇਂ ਸਿਸਟਮ ਚ ਆਵਾਂਗੇ। ਦੇਖੋ ਦੁਨੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਆਰਗੈਨਿਕ ਫੂਡ ਵੱਲ ਲੋਕਾਂ ਦਾ, ਪੜ੍ਹੇ ਲਿਖਿਆਂ ਦਾ ਬਹੁਤ ਧਿਆਨ ਆ। ਜੇ ਪੰਜਾਬ ਨੇ ਹੁਣ ਆਪਾਂ ਨੇ, ਜੇ ਆਪਾਂ ਝੋਨਾ ਛੱਡ ਕੇ ਕੁਝ ਕਰਨਾ ਹੈ ਤਾਂ ਆਪਾਂ ਪੰਜਾਬ ਨੂੰ ਇੱਕ ਆਰਗੈਨਿਕ ਖੇਤੀ ਦੀ ਹੱਬ ਬਣਾ ਸਕਦੇ ਹਾਂ ਤੇ ਆਪਾਂ ਇੰਨੀ ਕੁ ਪ੍ਰੋਡਕਸ਼ਨ ਕਰਦੇ ਸਕਦੇ ਹਾਂ ਵੀ ਮਤਲਬ ਆਪਾਂ ਸਾਰੀ ਦੁਨੀਆ ਦੇ ਵਿੱਚ ਸਬਜ਼ੀਆਂ ਫਲਾਂ ਦੇ ਵਿੱਚ ਉਹ ਆਪਾਂ ਢਿੱਡ ਭਰ ਸਕਦੇ ਹਾਂ ਜੀ ਆਪਣੇ ਆਰਗੈਨਿਕ ਦੇ ਨਾਲ, ਜੇ ਆਪਣਾ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਵਪਾਰ ਨੂੰ ਆਪਣਾ ਸਹੀ ਕਰ ਲਿਆ ਜਾਵੇ। ਜੀ ਸੁਖਵਿੰਦਰ ਜੀ। ਬਿਲਕੁਲ ਬਿਲਕੁਲ, ਕਿਸਾਨਾਂ ਨੂੰ ਥੋੜਾ ਜਿਹਾ ਹੋਰ ਹੰਬਲਾ ਮਾਰਨਾ ਪਏਗਾ, ਥੋੜੀ ਹੋਰ ਮਸ਼ੱਕਤ ਕਰਨੀ ਪਏਗੀ, ਲੋਕਾਂ ਨੂੰ ਵੀ ਫਿਰ ਹੌਲੀ ਹੌਲੀ ਆਦਤ ਪੈ ਇਹ ਜਾਏਗੀ। ਕਲਚਰ ਦੀ ਗੱਲ ਹੁੰਦੀ ਹੈ ਸੁਖਵਿੰਦਰ ਜੀ, ਇਹ ਕਲਚਰ ਦੀ ਗੱਲ ਹੁੰਦੀ ਹੈ। ਜਿਵੇਂ ਅੱਜ ਤੋਂ ਪਹਿਲਾਂ ਜਿਵੇਂ ਆਪਣੇ ਸਾਰੇ ਬਜ਼ੁਰਗ ਹੱਥੀਂ ਕੰਮ ਕਰਦੇ ਸੀ, ਕਈਆਂ ਕਰਦੇ ਸੀਗੇ, ਤੇ ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਆ ਮਤਲਬ ਉਹ ਮਸ਼ੀਨੀਕਰਨ ਦਾ ਯੁੱਗ ਆ ਗਿਆ ਵੀ ਉਹ ਟਰੈਕਟਰ ਚਲਾ ਲੈਂਦੇ ਆ, ਕੰਬਾਈਨ ਚਲਾ ਲੈਂਦੇ ਆ, ਤੇ ਪਰੰਤੂ ਜਿਹੜੇ ਪਰ ਉਹ ਆਪਾਂ ਨੂੰ ਨਾ ਕਲਚਰ ਉਹਦੇ ਵਿੱਚ ਵੀ ਜਾਣੀ ਕਿ ਤੁਸੀਂ ਇੱਕ ਮੈਂ ਤੁਹਾਨੂੰ ਇਹ ਇੱਥੇ ਦੱਸਦਾ ਵੀ ਜਿੰਨੇ ਪੰਜਾਬ ਤੋਂ ਇੱਥੇ ਪੰਜਾਬੀ ਆਉਂਦੇ ਆ ਕੈਨੇਡਾ ਦੇ ਵਿੱਚ, ਉਹ ਸਾਰੇ ਹੱਥੀਂ ਕੰਮ ਕਰਦੇ ਆ, ਮੈਜੋਰਟੀ ਆਫ ਦੈਮ, ਹੈ ਨਾ ਜੀ। ਜੇ ਆਪਾਂ ਕੰਮ ਕਰ ਸਕਦੇ ਹਾਂ, ਆਪਣਾ ਸਰੀਰ ਬਣਿਆ ਹੋਇਆ ਉਵੇਂ ਦਾ, ਪਰ ਆਪਾਂ ਜਾਣੀ ਕਿ ਉੱਥੇ ਮਤਲਬ ਨਾ ਵੀ ਸੌਖ ਚ ਪੈ ਗਏ ਹੋਏ ਆ। ਸਹੀ ਗੱਲ ਹੈ। ਤਾਂ ਸ਼ੁਕਰੀਆ ਹਰਮਨਜੀਤ ਸਿੰਘ ਜੀ, ਧੰਨਵਾਦ ਤੁਹਾਡਾ। ਠੀਕ ਹੈ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਮਨਜੀਤ ਸਿੰਘ ਕੈਨੇਡਾ ਤੋਂ। ਇਹਨਾਂ ਨੇ ਜਿਹੜਾ ਸਿੱਧੀ ਬਿਜਾਈ ਤੇ ਪਾਣੀ ਨੂੰ ਬਚਾਉਣ ਦਾ ਮਸਲਾ, ਜਾਂ ਪ੍ਰਦੂਸ਼ਿਤ ਜਿਹੜਾ ਪਾਣੀ ਹੋ ਜਾਂਦਾ, ਹਵਾ ਪਾਣੀ ਹੋ ਜਾਂਦਾ, ਉਹਨੂੰ ਬਚਾਉਣ ਦੇ ਮਸਲੇ ਉੱਤੇ ਬੜੇ ਖੁੱਲ੍ਹ ਕੇ ਵਿਚਾਰ ਰੱਖੇ ਨੇ। ਸਵਾਲ ਇੱਕੋ ਥਾਂ ਤੇ ਆ ਕੇ ਮੁੱਕਦਾ ਹੈ ਕਿ ਆਮਦਨ ਦੁੱਗਣੀ, ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਦੁੱਗਣੀ ਜਾਂ ਤਿੱਗਣੀ ਜਿੰਨੀ ਵੀ ਹੋਵੇ। ਕਿਸਾਨ ਵੀ ਚਾਹੁੰਦੇ ਨੇ ਕਿ ਸਾਡੀ ਆਮਦਨ ਵਧੇ, ਸਰਕਾਰਾਂ ਨੂੰ ਵੀ ਇਹ ਬੜਾ ਸੂਟ ਬਹਿੰਦਾ ਹੈ ਕਿ ਤੁਸੀਂ ਇਹਦਾ ਨਾਅਰਾ ਬਣਾ ਦਿਓ, ਉਸ ਤੋਂ ਬਾਅਦ ਭਾਵੇਂ ਕਿਸਾਨਾਂ ਨੂੰ ਮਿਲੇ ਜਾਂ ਨਾ ਮਿਲੇ, ਸਾਰੀਆਂ ਸਰਕਾਰਾਂ ਇਸ ਪਾਸੇ ਵੱਲ ਤੁਰੀਆਂ। ਪਰ ਜੋ ਕੁਝ ਪੰਜਾਬ ਸਰਕਾਰ ਕਰ ਰਹੀ ਹੈ ਉਹਦਾ ਸਾਥ ਦੇਣ ਦੀ ਵੀ ਲੋੜ ਹੈ, ਤੇ ਸਰਕਾਰ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਪੂਰਤੀ ਜਿਹੜੀ ਹੈ, ਜੇ ਕਿਤੇ ਘਾਟਾ ਪੈਂਦਾ ਤਾਂ ਉਹ ਕਿੱਥੇ ਉਹਨਾਂ ਨੂੰ ਮਤਲਬ ਕਿ ਸਹਿਯੋਗ ਦੇ ਸਕਦੇ ਨੇ, ਤੇ ਤਾਂ ਕਿ ਕਿਸਾਨ ਖੁਦਕੁਸ਼ੀਆਂ ਨਾ ਕਰਨ ਤੇ ਪੰਜਾਬ ਫੇਰ ਤੋਂ ਰੰਗਲਾ ਪੰਜਾਬ ਬਣੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।